ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਸਿੰਘ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸੱਤਾ ਦੇ ਰੌਸ਼ਨ ਮਨਾਰਾਂ ਥੱਲੇ ਤੰਗ ਗਲੀਆਂ ਮੇ ਹੁੰਦੀਆਂ, ਜਿੱਥੇ ਰਾਤ ਦੇ ਹਨੇਰਿਆਂ 'ਚ ਸੱਤਾ ਨੂੰ ਸਜਾਉਣ ਵਾਲੇ ਮਿਲਦੇ ਗਿਲਦੇ ਰਹਿੰਦੇ ਆ, ਤੇ ਉੱਥੋਂ ਹੀ ਅਸਲ ਕਨਸੋਆਂ ਸੱਤਾ ਨਾਲ ਸੰਬੰਧਿਤ ਮਿਲਦੀਆਂ ਨੇ। ਲੰਘੇ ਦਿਨ ਇੱਕ ਕਨਸੋ ਚੱਲਦੀ ਰਹੀ ਕਿ ਕੀ ਮੁੱਖ ਮੰਤਰੀ ਸਾਹਿਬ ਨੇ ਗ੍ਰਹਿ ਮੰਤਰੀ ਤੋਂ ਮੀਟਿੰਗ ਮੰਗ ਕੇ ਲਈ ਜਾਂ ਅਗਲਿਆਂ ਨੇ ਸੱਦਿਆ। ਦੂਜੀ ਖਬਰ ਕਿ ਕੀ ਗਵਰਨਰ ਸਾਹਿਬ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਬਾਅਦ ਕੱਲ ਵਾਲੇ ਐਡਰੈਸ ਵਿੱਚ ਕੋਈ ਆਪਣਾ ਨਵਾਂ ਰੂਪ ਦਿਖਾਉਣਗੇ। ਤੀਜੀ ਗੱਲ ਕਿ ਕੀ ਵਿਰੋਧੀ ਧਿਰਾਂ ਸੱਤਾ ਦੇ ਦੋ ਪਾਵਰ ਸੈਂਟਰਸ ਦੀ ਗੱਲ ਪੁਖਤਗੀ ਨਾਲ ਉਠਾਉਣਗੀਆਂ? ਕਿ ਨਵਲ ਅਗਰਵਾਲ ਰਾਘਵ ਚੱਡਾ ਦਾ ਸ਼ੋਰ ਵੀ ਸੁਣਦਾ ਰਹੂਗਾ? ਐਕਸਾਈਜ਼ ਪਾਲਿਸੀ ਦੇ ਉੱਤੇ, ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਉੱਤੇ ਕਿੰਨਾ ਕਰੌਲਾ ਪਊਗਾ? ਤੇ ਇਹਦੇ ਨਾਲ ਹੀ ਤਬਾਦਲਿਆਂ ਨੂੰ ਲੈ ਕੇ, ਅਧਿਕਾਰੀਆਂ ਦੇ ਤਬਾਦਲਿਆਂ ਨੂੰ ਲੈ ਕੇ 2007 ਦਾ ਉਹ ਐਕਟ ਜਿਹਦੇ ਵਿੱਚ ਪੁਲਿਸ ਨਾਲ ਸੰਬੰਧਿਤ ਕਈ ਰਿਫਾਰਮ ਸ਼ਾਮਲ ਸੀਗੇ ਕਿ ਘੱਟੋ ਘੱਟ ਇੱਕ ਜਗ੍ਹਾ ਤੇ ਇੱਕ ਐਸਐਸਪੀ ਸਾਲ ਲਈ ਤਾਂ ਰਵੇ, ਡੀਜੀਪੀ 2 ਸਾਲ ਤੱਕ ਦਾ ਹੋਣਾ ਚਾਹੀਦਾ। ਇਹ ਸਾਰੇ ਸਵਾਲ ਕਿ ਇਹ ਆਖਰ ਇਹਨੂੰ ਮੰਨਦਾ ਕੋਈ ਕਿਉਂ ਨਹੀਂ। ਥੋੜਾ ਜਿਹਾ ਅੱਗੇ ਤੁਰਦੇ ਆ, ਦੌਰ ਯਾਦ ਆਉਂਦਾ ਹੈ, ਕਦੇ ਅਜਮੇਰ ਸਿੰਘ ਲੱਖੋਵਾਲ ਮੰਡੀ ਬੋਰਡ 'ਚ ਬੈਠਦੇ ਸੀ, ਸਰਦਾਰੀ ਉਹਨਾਂ ਕੀਤੀ। ਫਿਰ ਲਾਲ ਸਿੰਘ ਆ ਗਏ, ਵੱਡੇ ਕੱਦ ਦੇ ਆਗੂ ਸੀ। ਹੁਣ ਜਦੋਂ ਹਰਚੰਦ ਸਿੰਘ ਬਰਸ ਦੀ ਵਾਰੀ ਆਈ, ਕਰਜ਼ਾ ਹੀ ਨਹੀਂ ਸਾਹ ਲੈਣ ਦੇਣ ਡਿਆ, ਉਧਰੋਂ ਕੇਂਦਰ ਨੇ ਹੱਥ ਘੁੱਟ ਲਿਆ। ਇਹ ਮਾਮਲੇ ਐਡਰੈਸ ਕਰਨੇ ਬਣਦੇ ਆ। ਸਰਕਾਰ ਨੇ ਸਟੇਟਮੈਂਟ ਜਾਰੀ ਕੀਤੀ ਬਹਿਬਲ ਕਲਾਂ ਦੀ ਚਾਰਜ ਸ਼ੀਟ ਸੰਬੰਧੀ। ਕੌਮੀ ਇਨਸਾਫ ਮੋਰਚੇ ਦੇ ਨਜ਼ਰੀਓਂ ਸਰਕਾਰ ਨੇ ਜਿਹੜਾ ਸੰਕੇਤ ਦਿੱਤਾ ਹੈ, ਇਹਦੇ ਉੱਤੇ ਨਜ਼ਰ ਲੱਗੀ ਹੋਈ ਹੈ। ਦੋ ਵਿਅਕਤੀਆਂ ਦੇ ਮਾਰੇ ਜਾਣ ਤੋਂ ਬਾਅਦ ਜਿਹੜੀਆਂ ਦੋ ਐਸਆਈਟੀਜ਼ ਤੋਂ ਬਾਅਦ ਹੁਣ ਨੌ ਨਿਹਾਲ ਸਿੰਘ ਦੀ ਐਸਆਈਟੀ ਜਦੋਂ ਚਾਰਜ ਸ਼ੀਟ ਦਾਇਰ ਕਰੂਗੀ, ਕਿਹੜੇ ਨਾਂ ਹੋਣਗੇ? ਇਹ ਸਵਾਲ ਅੱਜ ਕੱਲ ਪੁੱਛਿਆ ਜਾ ਰਿਹਾ। ਰੈਵਨਿਊ ਅਫੀਸਰਸ ਦੀ ਐਸੋਸੀਏਸ਼ਨ, ਮਤਲਬ ਤਹਿਸੀਲਦਾਰ, ਅੜ ਗਏ ਨੇ। ਔਰ ਇਸੇ ਤਰੀਕੇ ਨਾਲ ਇੱਕ ਦੋ ਹੋਰ ਮਾਮਲੇ ਲੈ ਕੇ ਤੁਹਾਡੇ ਤੱਕ ਆਉਂਦੇ ਆ। ਆਪਾਂ ਸਭ ਤੋਂ ਪਹਿਲਾਂ ਚੱਲਦੇ ਆ ਇੰਦਰਪ੍ਰੀਤ ਜੀ ਵੱਲ। ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਜਦੋਂ ਅਸੀਂ ਗਵਰਨਰ ਨੂੰ ਅਮਿਤ ਸ਼ਾਹ ਨਾਲ ਮਿਲਦਿਆਂ ਦੇਖਦੇ ਹਾਂ ਬੀਤੇ ਦਿਨ, ਤੇ ਉਸ ਤੋਂ ਬਾਅਦ ਅੱਜ ਮੁੱਖ ਮੰਤਰੀ ਸਾਹਿਬ ਦੀ ਮੁਲਾਕਾਤ ਹੋਊਗੀ। ਮੰਨਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਸੂਬੇ ਦੇ ਪੁਲਿਸ ਪ੍ਰਮੁੱਖ ਤੇ ਸੈਕਟਰੀ ਹੋਮ ਅਫੇਅਰਸ ਉਹ ਵੀ ਹੋਣਗੇ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੇਂਦਰੀ ਗ੍ਰਹਿ ਮੰਤਰੀ ਇੱਕ ਸੂਬੇ ਦੇ ਗ੍ਰਹਿ ਮੰਤਰੀ ਨੂੰ ਮਿਲ ਰਹੇ ਹੋਣਗੇ, ਜਿਹੜੇ ਕਿ ਮੁੱਖ ਮੰਤਰੀ ਦੇ ਰੂਪ 'ਚ ਜਾਣਗੇ। ਕਿ ਉਦੋਂ ਲਾਅ ਐਂਡ ਆਰਡਰ ਤੇ ਬਾਕੀ ਮਾਮਲੇ, ਗਵਰਨਰ ਤੇ ਮੁੱਖ ਮੰਤਰੀ 'ਚ ਟਕਰਾ, ਉਹ ਪੱਤਰ, ਉਹ ਸਾਰੀਆਂ ਚੀਜ਼ਾਂ ਐਡਰੈਸ ਹੋਣਗੀਆਂ? ਕਿਉਂਕਿ ਇਹਦੇ ਉੱਤੇ ਨਜ਼ਰ ਟਿਕੀ ਹੋਈ ਆ। ਨਾਲ ਹੀ ਸੈਸ਼ਨ ਸ਼ੁਰੂ ਹੋਣਾ, ਰੌਲੇ ਵੀ ਪੈਣੇ ਆ, ਖਬਰ ਕਈ ਵਾਰੀ ਅੰਦਰੋਂ ਨਿਕਲ ਆਉਂਦੀ, ਕਈ ਵਾਰੀ ਕੱਢਤੀ ਜਾਂਦੀ। ਇਹ ਸਾਰੀਆਂ ਚੀਜ਼ਾਂ ਬੜੀਆਂ ਰੌਚਕ ਹੋਣਗੀਆਂ। ਕੱਲ ਅੱਗੇ ਵਧਾਓ। ਨਹੀਂ, ਦੇਖੋ, ਮਤਲਬ ਦੋ ਪਰਸੈਪਸ਼ਨ ਬਣ ਰਹੀਆਂ ਨੇ। ਇੱਕ ਤਾਂ ਇਹ ਹੈਗੀ ਹੈ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾਇਆ ਗਿਆ, ਮਤਲਬ ਉਹ ਆਪਣੇ ਆਪ ਨਹੀਂ ਜਾ ਰਹੇ, ਉਹਨਾਂ ਨੂੰ ਬੁਲਾਇਆ ਗਿਆ ਉੱਥੇ। ਹਾਲਾਂਕਿ ਸੀਐਮਓ ਵੱਲੋਂ ਜਿਹੜਾ ਹੈਗਾ ਉਹ ਇਹ ਕਿਹਾ ਗਿਆ ਸੀਗਾ ਕਿ ਨਹੀਂ, ਅਸੀਂ ਟਾਈਮ ਮੰਗਿਆ ਕਿਉਂਕਿ ਸਾਡਾ ਕਈ ਇਸ਼ੂਜ਼ ਜਿਹੜੇ ਹੈਗੇ ਆ ਉਹ ਪੈਂਡਿੰਗ ਨੇ। ਉਹਨਾਂ ਚੋਂ ਇੱਕ ਆਰਡੀਐਫ ਦਾ ਵੀ ਮਾਮਲਾ ਹੈ। ਤਾਂ ਮੈਂ ਉਹਨਾਂ ਨੂੰ ਕੱਲ ਪੁੱਛਿਆ ਵੀ ਸੀ ਵੀ ਆਰਡੀਐਫ ਦਾ ਐਚਐਮ ਨੇ ਕੀ ਲੈਣਾ ਹੈ ਉਸ ਤੋਂ? ਤਾਂ ਉਹ ਤਾਂ ਪਿਊਸ਼ ਗੋਇਲ ਦਾ ਮਾਮਲਾ ਹੈ, ਉਹ ਤੁਸੀਂ ਉਹਨਾਂ ਨਾਲ ਸੌਰਟ ਆਊਟ ਕਰੋ। ਉਹ ਕਹਿ ਰਹੇ ਸੀ ਕਿ ਯਾਰ ਪਿਊਸ਼ ਗੋਇਲ ਕੋਲ 2-3 ਮੀਟਿੰਗਾਂ ਲਗਾਤਾਰ ਹੋ ਚੁੱਕੀਆਂ, ਲੇਕਿਨ ਉਹ ਮੰਨ ਨਹੀਂ ਰਿਹਾ, ਤਾਂ ਅਸੀਂ ਥੋੜਾ ਦਬਾਅ ਪਾਉਣਾ ਚਾਹੁੰਦੇ ਹਾਂ। ਤੇ ਉਹ ਕਹਿੰਦੇ ਵੀ ਤੁਹਾਨੂੰ ਪਤਾ ਹੀ ਹੈ ਵੀ ਅਮਿਤ ਸ਼ਾਹ ਹੀ ਸਰਕਾਰ ਦੇ ਵਿੱਚ ਆਲ ਇਨ ਆਲ ਹੈ ਮੋਦੀ ਤੋਂ ਬਾਅਦ, ਇਸ ਕਰਕੇ ਉਹਨਾਂ ਤੋਂ ਦਬਾਅ ਬਣਵਾ ਕੇ ਅਸੀਂ ਉਹ ਜਿਹੜਾ 3200 ਕਰੋੜ ਰੁਪਇਆ ਸੀ ਆਪਣਾ ਵਾਪਸ ਲੈਣਾ ਚਾਹੁੰਦੇ ਹਾਂ। ਤੇ ਦੂਜਾ ਜਿਹੜੀ ਪਰਸੈਪਸ਼ਨ ਸੀ ਉਹ ਇਹ ਸੀ ਕਿ ਨਹੀਂ, ਜਿਹੜੀਆਂ ਇਹ ਘਟਨਾਵਾਂ ਹੋਈਆਂ ਨੇ, ਮਤਲਬ ਚਾਹੇ ਉਹ ਅੰਮ੍ਰਿਤਪਾਲ ਵਾਲੀ ਹੋਏ, ਚਾਹੇ ਕਤਲਾਂ ਦੀ ਹੋਵੇ, ਚਾਹੇ ਹੋਰ ਡਰੱਗਸ ਦੀ ਹੋਏ, ਇਹ ਸਾਰੀਆਂ ਘਟਨਾਵਾਂ ਨੂੰ ਲੈ ਕੇ ਜਿਹੜਾ ਹੈਗਾ ਸੈਂਟਰ ਗਵਰਨਮੈਂਟ ਬੜੀ ਚਿੰਤਤ ਹੈ। ਇਸ ਕਰਕੇ ਉਹਨਾਂ ਨੂੰ ਬੁਲਾਇਆ ਗਿਆ ਤੇ ਇਸ ਦੇ ਉੱਤੇ ਗੱਲ ਕਰਨੀ ਬਣਦੀ ਹੈ ਵੀ ਹਜੇ ਤੱਕ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਲੈ ਕੇ ਸੀਐਮ ਸਾਹਿਬ ਅੱਜ ਜਾ ਰਹੇ ਹਨ। ਪਰ ਇਸ 'ਚ ਇੰਪੋਰਟੈਂਟ ਗੱਲ ਇਹ ਸੀ ਕਿ ਇਹ ਚੀਜ਼ਾਂ ਸੀਐਮ ਦੀ ਮੀਟਿੰਗ ਉੱਥੇ ਉਦੋਂ ਬਾਹਰ ਆਈ ਜਦੋਂ ਗਵਰਨਰ ਸਾਹਿਬ ਦੀ ਖਬਰ ਬਾਹਰ ਆਈ ਕਿ ਉਹ ਅਮਿਤ ਸ਼ਾਹ ਨੂੰ ਮਿਲੇ ਆ। ਤੇ ਨੈਚੁਰਲੀ ਹੈ ਕਿ ਗਵਰਨਰ ਸਾਹਿਬ ਪਹਿਲਾਂ ਹੀ 3 ਚੱਕਰ ਲਗਾ ਚੁੱਕੇ ਆ ਇੱਥੇ ਪੂਰੇ 1 ਸਾਲ ਦੇ ਵਿੱਚ ਬਾਰਡਰ ਏਰੀਆਜ਼ ਦੇ ਵਿੱਚ। ਉਹ ਆਪਣੀ ਰਿਪੋਰਟ ਤਾਂ ਦੇਣਗੇ ਹੀ। ਦੂਸਰੀ, ਇਹਨਾਂ ਨੇ ਜਿਹੜੀ ਅੰਮ੍ਰਿਤਪਾਲ ਵਾਲਾ ਇਸ਼ੂ ਹੈ ਉਸ ਤੇ ਵੀ ਉਹਨਾਂ ਦੀ ਰਿਪੋਰਟ ਦੇਣੀ ਬਣਦੀ ਹੈ, ਉਹਨਾਂ ਨੇ ਦਿੱਤੀ ਹੋਏਗੀ। ਤੇ ਉਸ ਤੋਂ ਬਾਅਦ ਹੀ ਇਹ ਗੱਲ ਆ ਗਈ। ਇਸੇ ਕਰਕੇ ਹੀ ਥੋੜਾ ਜਿਹਾ ਮੰਨਿਆ ਜਾ ਰਿਹਾ ਸੀ ਵੀ ਸ਼ਾਇਦ ਚੀਫ ਮਿਨਿਸਟਰ ਨੂੰ ਬੁਲਾਇਆ ਗਿਆ, ਨਾ ਕਿ ਉਹ ਖੁਦ ਜਾ ਰਹੇ ਆ।
ਸੋ ਇਹ ਬੜਾ ਇੰਟਰਸਟਿੰਗ ਹੋਊਗਾ ਅੱਜ ਦੇਖਣਾ ਕਿ ਕੱਲ ਰਾਜਪਾਲ ਨੇ ਕੀ ਕਿਹਾ ਤੇ ਅੱਜ ਉਹ ਕੀ ਇਸ਼ੂ ਉਠਾਉਂਦੇ ਨੇ। ਮਤਲਬ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਉਹ ਸੀਐਮਓ ਵੱਲੋਂ ਉਹ ਇਹ ਕਿਹਾ ਜਾ ਰਿਹਾ ਕਿ ਬਈ ਅਸੀਂ ਡਰੋਨਸ ਦਾ ਮਾਮਲਾ ਉਠਾਉਣਾ ਹੈ, ਸਾਡੇ ਕੋਲੇ ਡਰੋਨਸ ਐਡੀ ਟੈਕਨੋਲੋਜੀ ਵਾਲੇ ਨਹੀਂ ਹੈ ਤੇ ਸਾਨੂੰ ਉਪਲਬਧ ਕਰਾਏ ਜਾਣ, ਕਿਉਂਕਿ ਡਰੱਗਸ ਬਹੁਤ ਬਾਹਰ ਆ ਰਹੀ ਹੈ ਤੇ ਉਹ ਗੈਂਗਸਟਰ ਨੂੰ ਪਨਾਹ ਦੇਣ ਤੇ ਉੱਤੇ ਯੂਜ਼ ਹੋ ਰਹੀ ਹੈ। ਸਰ ਇਸ ਤਰ੍ਹਾਂ ਦੇ ਕਈ ਇਸ਼ੂਜ਼ ਨੇ ਜਿਹੜੇ ਅੱਜ ਉਹਨਾਂ ਨੇ ਉਠਾਣੇ ਨੇ ਚੀਫ ਮਿਨਿਸਟਰ ਨੇ, ਇਸ ਕਰਕੇ ਇੰਪੋਰਟੈਂਟ ਹੈਗੀ ਹੈ ਗੱਲ। ਜੀ ਭਾਸਕਰ ਸਾਹਿਬ, ਇਹਨੂੰ ਗੱਲ ਨੂੰ ਅੱਗੇ ਵਧਾਓ। ਕੇਂਦਰ ਕੋਲੇ ਜਾਂ ਹੋਮ ਮਿਨਿਸਟਰੀ ਕੋਲੇ ਗਵਰਨਰ ਸਾਹਿਬ ਨੇ ਵੀ ਕੋਈ ਤਰਕ ਰੱਖੇ ਹੋਣਗੇ ਕਿ ਦੇਖੋ ਜੀ ਉੱਥੇ ਇਸ ਤਰ੍ਹਾਂ ਦੇ ਹਾਲਾਤ ਨੇ, ਭਾਵੇਂ ਮਾਮਲਾ ਸੁਪਰੀਮ ਕੋਰਟ ਨੇ ਐਡਰੈਸ ਕਰਤਾ, ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਸੈਕਟਰੀ ਪੰਜਾਬ ਸਰਕਾਰ ਵੱਲੋਂ ਜਾ ਕੇ ਉਹਨਾਂ ਨੂੰ ਜੋ ਉਹਨਾਂ ਨੇ ਮੰਗੀਆਂ ਨੇ ਜਾਣਕਾਰੀਆਂ ਉਹਨਾਂ ਨੂੰ ਦੇ ਦਿਓ, ਪਰ ਇਸ ਤੋਂ ਵਿੱਚ ਜਿਹੜਾ ਹੁਣ, ਕਿਉਂਕਿ ਹਰ ਵਾਰੀ ਤਾਂ ਸੁਪਰੀਮ ਕੋਰਟ 'ਚ ਤੁਸੀਂ ਜਾ ਨਹੀਂ ਸਕਦੇ ਕਿਸੇ ਬਹੁਤ ਵੱਡੇ ਨੁਕਤੇ ਤੋਂ ਪਹਿਲਾਂ, ਕਿਉਂਕਿ ਉਹ ਚੱਕ ਕੇ ਬਾਹਰ ਮਾਰਨਗੇ ਕਿਸੇ ਵੀ ਪਟੀਸ਼ਨ ਨੂੰ ਜਾਂ ਕਿਸੇ ਵੀ ਅਰਜ਼ੀ ਨੂੰ, ਤੁਸੀਂ ਬਾਰ-ਬਾਰ ਨੌਕ ਨਹੀਂ ਕਰ ਸਕਦੇ। ਸੋ ਮੈਨੂੰ ਲੱਗਦਾ ਕਿ ਹੋਮ ਮੰਤਰਾਲਾ ਜਿਹੜਾ ਇਸ ਗੱਲ ਨੂੰ ਵੀ ਉਠਾ ਸਕਦਾ ਕਿ ਆਖਰ ਇਹ ਗੈਰ ਸੰਵਿਧਾਨਕ ਗੱਲਾਂ ਕਿਉਂ ਹੋ ਰਹੀਆਂ। ਹੋ ਸਕਦਾ ਹੈ ਜਿਹੜੀ ਚਿੱਠੀ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਲਿਖੀ ਸੀ ਉਹਨਾਂ ਮੁੱਦਿਆਂ ਤੇ ਵੀ ਗੱਲ ਹੋਈ। ਜਿਹੜੀ ਮੀਟਿੰਗ ਹੈਗੀ ਹੈ ਭਗਵੰਤ ਮਾਨ ਉਹਨਾਂ ਦੀ ਅਮਿਤ ਸ਼ਾਹ ਨਾਲ, ਉਹ ਇਸ ਕਰਕੇ ਵੀ ਇੰਪੋਰਟੈਂਸ ਰੱਖਦੀ ਹੈ ਕਿ ਕੱਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੰਜਾਬ ਦੇ ਗਵਰਨਰ ਸਾਹਿਬ ਨਾਲ ਅਮਿਤ ਸ਼ਾਹ ਉਹਨਾਂ ਨੇ ਮੀਟਿੰਗ ਕੀਤੀ ਸੀਗੀ। ਉਹਦੇ ਵਿੱਚ ਮਹਾਰਾਸ਼ਟਰ ਦੇ ਗਵਰਨਰ ਰਮੇਸ਼ ਬੈਂਸ ਹੋਣਾ ਉਹ ਵੀ ਸ਼ਾਮਿਲ ਹੋਏ ਸੀ, ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਸੀਗੀ। ਮੀਟਿੰਗ ਦਾ ਮੁੱਦਾ ਕੀ ਸੀਗਾ? ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਤੇ ਨਸ਼ਾ ਮੁਕਤੀ ਯਾਤਰਾ ਕੱਢਣ ਵਾਸਤੇ ਅਮਿਤ ਸ਼ਾਹ ਹੋਣਾ ਇਸ ਮਹੀਨੇ ਕਿਸੇ ਵੀ ਦਿਨ ਪੰਜਾਬ ਦੇ ਵਿੱਚ ਆ ਰਹੇ ਨੇ ਤੇ ਉਹ ਯਾਤਰਾ ਕੱਢਣਗੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਗਵੰਤ ਮਾਨ ਉਹਨਾਂ ਨੂੰ ਬੁਲਾਇਆ ਗਿਆ ਜਾਂ ਫਿਰ ਇਹਨਾਂ ਨੇ ਸਮਾਂ ਮੰਗਿਆ। ਪਿਛਲੇ ਦਿਨਾਂ ਦੇ ਵਿੱਚ ਸੰਡੇ ਸ਼ਾਮ ਤੱਕ ਹੋਮ ਮਿਨਿਸਟਰੀ ਨੇ ਪੰਜਾਬ ਸਰਕਾਰ ਤੋਂ ਇੱਕ ਰਿਪੋਰਟ ਮੰਗੀ ਸੀ ਕਿ ਤੁਸੀਂ ਰਿਪੋਰਟ ਦਿਓ ਅਜਨਾਲਾ ਦੇ ਵਿੱਚ ਜੋ ਕੁਝ ਹੋਇਆ। ਮੁੱਦਾ ਉਹੀ ਹੈ, ਪਿਛਲੇ ਮਹੀਨੇ ਯਾਨੀ ਫਰਵਰੀ ਮਹੀਨੇ ਦੇ ਵਿੱਚ 8 ਫਰਵਰੀ ਤੇ 24 ਫਰਵਰੀ ਦੋ ਇਸ ਤਰ੍ਹਾਂ ਦੀ ਡੇਟਾ ਸੀਗੀ ਜਦ ਮੋਹਾਲੀ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਈ ਸੀ। ਫਿਰ 24 ਫਰਵਰੀ ਨੂੰ ਅਜਨਾਲਾ ਦੇ ਵਿੱਚ ਜੋ ਕੁਝ ਹੋਇਆ ਉਹਦੇ ਉੱਤੇ ਸਰਕਾਰ ਘਿਰਦੀ ਹੋਈ ਨਜ਼ਰ ਆਉਂਦੀ ਹੈ। ਲਾਅ ਐਂਡ ਆਰਡਰ ਦਾ ਸਿਚੁਏਸ਼ਨ, ਡਰੱਗ ਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਚਲਨ, ਇਹ ਵੀ ਇੱਕ ਮੁੱਦਾ ਹੈਗਾ ਜਿਹੜੀ ਕੱਲ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਏਗਾ। ਹੁਣ ਕੱਲ ਦੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਸਿਰ ਥੱਲੇ ਕਰਕੇ ਬਾਹਰ ਆਉਂਦੇ ਨੇ ਤੇ ਸੀਨਾ ਚੋੜਾ ਕਰਕੇ ਬਾਹਰ ਆਉਂਦੇ ਨੇ, ਇਹਦੇ ਉੱਤੇ ਵੀ ਨਜ਼ਰ ਹੋਏਗੀ। ਔਰ 1 ਸਾਲ ਸਰਕਾਰ ਨੂੰ 16 ਮਾਰਚ ਨੂੰ ਕੰਪਲੀਟ ਹੋ ਜਾਏਗਾ। ਸਾਲ ਦੇ ਵਿੱਚ ਜੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖੋ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਉੱਤੇ ਸਰਕਾਰ ਲਗਾਤਾਰ ਵਿਰੋਧੀ ਪਾਰਟੀਆਂ ਤੋਂ ਘਿਰਦੀ ਹੋਈ ਨਜ਼ਰ ਆਉਂਦੀ ਹੈ। ਔਰ ਗਰਾਊਂਡ ਰਿਐਲਿਟੀ ਵੀ ਇਹ ਵੀ ਹੈ ਕਿ ਸਰਕਾਰ ਕਿਸੇ ਨਾ ਕਿਸੇ ਜਗ੍ਹਾ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਮੁੱਦੇ ਦੇ ਉੱਤੇ ਫੇਲ ਨਜ਼ਰ ਆਉਂਦੀ ਹੈ। ਭਾਵੇਂ ਆંકੜਿਆਂ ਦੇ ਹਿਸਾਬ ਨਾਲ ਇਹ ਦਾਅਵੇ ਜ਼ਰੂਰ ਕੀਤੇ ਗਏ ਹੋਣ ਕਿ ਅਸੀਂ ਤੇ ਬਹੁਤ ਵਧੀਆ ਤਰੀਕੇ ਨਾਲ ਜੇ ਨੈਸ਼ਨਲ ਸਰਵੇ ਦੀ ਗੱਲ ਕਰੀਏ ਤਾਂ ਨੰਬਰ 2 ਤੇ ਆਉਂਦੇ ਆ, ਪਰ ਗਰਾਊਂਡ ਰਿਐਲਿਟੀ ਇਹ ਬਿਲਕੁਲ ਸਹੀ ਹੈ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ ਦੇ ਵਿੱਚ ਠੀਕ ਨਹੀਂ ਹੈ। ਔਰ ਡਬਲ ਪਾਵਰ ਸੈਂਟਰ ਦੀ ਗੱਲ ਜਿਹੜੀ ਸਰਕਾਰ ਘਿਰਦੀ ਨਜ਼ਰ ਆਉਂਦੀ ਹੈ, ਕਿਉਂਕਿ ਨਵਲ ਅਗਰਵਾਲ ਦੀ ਗੱਲ ਜਦ ਗਵਰਨਰ ਸਾਹਿਬ ਕਰਦੇ ਨੇ ਤੇ ਉਹ ਵੀ ਡਾਇਰੈਕਟਲੀ ਡਬਲ ਪਾਵਰ ਸੈਂਟਰ ਦੀ ਗੱਲ ਹੈਗੀ ਹੈ। ਹੁਣ ਡਬਲ ਪਾਵਰ ਸੈਂਟਰ ਦੇ ਮੁੱਦੇ ਦੇ ਉੱਤੇ ਵੀ ਕੋਈ ਕੁਐਸਚਨਿੰਗ, ਹਾਲਾਂਕਿ ਅਮਿਤ ਸ਼ਾਹ ਉਹਨਾਂ ਦੀ ਬਤੌਰ ਗ੍ਰਹਿ ਮੰਤਰੀ ਇਹ ਇੱਕ ਐਰੀਨਾ ਤੇ ਨਹੀਂ ਬਣਦਾ ਕਿ ਇਸ ਮੁੱਦੇ ਦੇ ਉੱਤੇ ਕੋਈ ਸਵਾਲ ਜਵਾਬ ਇਹਨਾਂ ਦੇ ਨਾਲ ਕਰ ਸਕਣ, ਪਰ ਇਹ ਮੁੱਦਾ ਪੰਜਾਬ ਦੀ ਜਨਤਾ ਦੇ ਵਿੱਚ ਬੜੀ ਇੰਪੋਰਟੈਂਸ ਰੱਖਦਾ। ਦੂਜਾ, ਇਕਨੋਮਿਕ ਕ੍ਰਾਈਸਿਸ, ਆਰਥਿਕ ਸੰਕਟ ਉਹ ਪੰਜਾਬ ਝੇਲ ਰਿਹਾ। ਔਰ ਭਾਵੇਂ ਫ੍ਰੀ ਬਿਜਲੀ ਫ੍ਰੀ ਕਰਕੇ ਲੋਕਾਂ ਨੂੰ ਸੁਵਿਧਾਵਾਂ ਜ਼ਰੂਰ ਦਿੱਤੀ ਹੈ, ਪਰ ਪੈਸਾ ਕਿੱਥੋਂ ਆਏਗਾ? ਇਹ ਸਵਾਲ ਹਜੇ ਵੀ ਸਰਕਾਰ ਵਾਸਤੇ ਬੜਾ ਵੱਡਾ ਖੜਾ ਹੋਇਆ ਹੈ। ਇਸ ਮੁੱਦੇ ਦੇ ਉੱਤੇ ਅਮਿਤ ਸ਼ਾਹ ਗੱਲ ਕਰਨਗੇ ਕਿ ਨਹੀਂ ਕਰਨਗੇ ਪਤਾ ਨਹੀਂ, ਪਰ ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਕਿਹਾ ਕਿ ਰੂਰਲ ਡਿਵੈਲਪਮੈਂਟ ਫੰਡ ਦੇ ਉੱਤੇ ਵੀ ਅਮਿਤ ਸ਼ਾਹ ਉਹਨਾਂ ਨਾਲ ਗੱਲ ਕਰਦੀ ਹੈ, ਸਰਕਾਰ ਦਾ ਕਹਿਣਾ ਹੈ। ਇਹਨਾਂ तमाम ਮੁੱਦਿਆਂ ਤੋਂ ਬਾਅਦ ਇਹ ਕੱਲ ਦੀ ਇੰਪੋਰਟੈਂਟ ਜਿਹੜੀ ਮੀਟਿੰਗ ਹੈ ਉਹ ਬੜੀ ਇੰਪੋਰਟੈਂਸ ਰੱਖਦੀ ਹੈ। ਔਰ ਉਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਵੀ ਕੱਲ ਹੀ ਹੋਣਾ ਹੈ। ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਗਵਰਨਰ ਐਡਰੈਸ ਦੇ ਵਿੱਚ ਕੀ ਕੁਝ ਹੁੰਦਾ ਹੈ, ਕੀ ਗਵਰਨਰ ਆਪਣੀ ਉਸ ਚਿੱਠੀ ਦਾ ਜ਼ਿਕਰ ਵੀ ਆਪਣੇ ਐਡਰੈਸ ਦੇ ਵਿੱਚ ਕਰ ਜਾਂਦੇ ਨੇ। ਜੋ ਕੁਝ ਤਮਿਲਨਾਡੂ ਦੇ ਵਿੱਚ ਹੋਇਆ ਜਦ ਗਵਰਨਰ ਸਾਹਿਬ ਨੇ ਕੁਝ ਚੀਜ਼ਾਂ ਸਰਕਾਰ ਦੀ ਲਿਖੀ ਹੋਈ ਨਹੀਂ ਪੜ੍ਹੀ ਸੀ ਤੇ ਕੁਝ ਐਡੀਸ਼ਨ ਵੀ ਕਰਤਾ ਸੀਗਾ ਕਿ ਪੰਜਾਬ ਦੇ ਵਿੱਚ ਵੀ ਐਦਾਂ ਹੀ ਹੋਣ ਵਾਲਾ ਹੈ। ਔਰ ਗਵਰਨਰ ਸਾਹਿਬ ਦੀ ਉਸ ਚਿੱਠੀ ਦਾ ਮੁੱਦਾ ਕਿ ਵਿਰੋਧੀ ਪਾਰਟੀਆਂ ਪੁਰਜ਼ੋਰ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਚੱਕਣਗੀਆਂ। ਇਹ ਸਾਰੀ ਗੱਲਾਂ ਕੱਲ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਔਰ ਅਮਿਤ ਸ਼ਾਹ ਉਹਨਾਂ ਦੇ ਨਾਲ ਭਗਵੰਤ ਮਾਨ ਉਹਨਾਂ ਦੀ ਮੀਟਿੰਗ ਨੂੰ ਬੜੀ ਇੱਕ ਇੰਟਰਸਟਿੰਗ ਬਣਾਉਂਦੀ। ਭਾਸਕਰ ਸਾਹਿਬ, ਆਮ ਤੌਰ ਤੇ ਮੁੱਖ ਮੰਤਰੀ ਕਦੇ ਸਿਰ ਠਾਹ ਨੂੰ ਕਰਕੇ ਜਾਂ ਚੌੜਾ ਸੀਨਾ ਕਰਕੇ ਨਹੀਂ ਆਉਂਦੇ, ਉਹ ਇੱਕ ਟ੍ਰੈਡੀਸ਼ਨਲ ਵੇ ਹੁੰਦਾ ਹੈ, ਉਦਾਂ ਹੀ ਜਾਣਗੇ। ਉੱਥੋਂ ਕੋਈ ਬਹੁਤੀਆਂ ਜ਼ਿਆਦਾ ਕਨਸੋਆਂ ਨਿਕਲਣੀਆਂ ਨਹੀਂ, ਪਰ ਕਿਉਂਕਿ
ਬਾਕੀ ਮਾਮਲੇ ਸੈਕੰਡਰੀ ਨੇ। ਇੱਕ ਗ੍ਰਹਿ ਮੰਤਰੀ ਦੇਸ਼ ਦਾ ਸੂਬੇ ਦੇ ਗ੍ਰਹਿ ਮੰਤਰੀ ਨੂੰ ਮਿਲ ਰਿਹਾ ਹੋਊਗਾ ਤੇ ਉਹਦੇ ਚ ਮਾਮਲੇ ਕਾਫੀ ਸਟੇਟ ਨਾਲ ਜੁੜੇ, ਅਮਨ ਕਾਨੂੰਨ ਨਾਲ ਜੁੜੇ, ਰਿਪੋਰਟਾਂ ਨਾਲ ਜੁੜੇ ਹੋਣਗੇ। ਗਵਰਨਰ ਦਾ ਮਾਮਲਾ ਵੀ ਇੱਥੇ ਹੀ ਆ ਜਾਂਦਾ ਹੈ, ਔਰ ਇਹੀ ਹਮੇਸ਼ਾ ਗ੍ਰਹਿ ਮੰਤਰਾਲਾ ਹੀ ਸਟੇਟ ਤੋਂ ਰਿਪੋਰਟ ਵੀ ਹਰ ਮਾਮਲੇ 'ਚ ਮੰਗਦਾ ਹੈ। ਹੁਣ ਇੱਥੇ ਦਿਲਚਸਪੀ ਸਿਰਫ ਇੰਨੀ ਕੁ ਹੈ ਕਿ ਕੀ ਸੈਂਟਰ ਸਟੇਟ ਨੂੰ ਕੋਈ ਡਾਇਰੈਕਸ਼ਨ ਦੇਣ ਦੀ ਸਥਿਤੀ 'ਚ ਹੁੰਦਾ ਸੰਵਿਧਾਨਕ ਨਜ਼ਰੀਏ ਤੋਂ, ਜਾਂ ਸਿਰਫ ਤੇ ਸਿਰਫ ਇੱਕ ਜਾਣਕਾਰੀ ਸ਼ੇਅਰ ਕਰਨ ਦਾ ਮਾਧਿਅਮ ਹੁੰਦਾ ਵੀ ਤੁਸੀਂ ਜਾਣਕਾਰੀ ਮੰਗ ਲਓ ਜੀ, ਇਹ ਕੀ ਹੋ ਰਿਹਾ, ਇਹ ਕੀ ਹੋ ਰਿਹਾ। ਸੋ ਇਹਦੇ 'ਚ ਕੋਈ ਬਹੁਤਾ ਕੱਢਣ ਪਾਉਣ ਨੂੰ ਸ਼ਾਇਦ ਇਹ ਖਬਰ ਦੇ ਵਿੱਚੋਂ ਬਾਅਦ 'ਚ ਹੋਏਗਾ ਨਹੀਂ। ਭਗਵੰਤ ਮਾਨ ਜੀ ਬਾਹਰ ਆ ਕੇ ਜ਼ਰੂਰ ਕਹਿਣਗੇ ਕਿ ਬੜੇ ਵਧੀਆ ਮਾਹੌਲ 'ਚ ਗੱਲਬਾਤ ਹੋਈ। ਇੰਦਰਪ੍ਰੀਤ ਜੀ, ਜਿਹੜਾ ਇਹ ਸੈਸ਼ਨ ਹੈ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿਓ। 10 ਨੂੰ ਬਜਟ ਹੈ, ਔਰ ਬਜਟ ਤੋਂ ਬਾਅਦ ਤੁਰੰਤ ਬਹਿਸ ਵੀ ਆ, ਕੁਝ ਨਵੀਆਂ ਪਿਰਤਾਂ ਵੀ ਪੈ ਰਹੀਆਂ। ਇਹ ਜਿਹੜਾ ਸੈਸ਼ਨ ਕੱਲ ਤੋਂ ਸ਼ੁਰੂ ਹੋ ਰਿਹਾ, ਕੱਲ ਗਵਰਨਰ ਐਡਰੈਸ ਹੈ, ਸਿੱਧਾ ਸ਼ੁਰੂ ਗਵਰਨਰ ਦੇ ਐਡਰੈਸ ਤੋਂ ਹੋ ਜਾਏਗਾ, ਪਰ ਨਾਲ ਹੀ ਉਹਨਾਂ ਨੇ ਉਸੇ ਦਿਨ ਹੀ ਸ਼ਾਮ ਨੂੰ ਇੱਕ ਮੀਟਿੰਗ ਰੱਖ ਕੇ ਜਿਹੜੀਆਂ ਸ਼ਰਧਾਂਜਲੀਆਂ ਵਾਲਾ ਡੇ ਹੁੰਦਾ ਉਹ ਵੀ ਮੁਕੰਮਲ ਕੱਲ ਹੀ ਕਰ ਲੈਣਾ। ਪਰ ਇੰਟਰਸਟਿੰਗ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਜਦੋਂ ਮਤਲਬ ਬਹਿਸਾਂ ਗਵਰਨਰ ਐਡਰੈਸ ਤੇ ਬਹਿਸ ਸ਼ੁਰੂ ਹੁੰਦੀ ਸੀ ਤਾਂ ਉਹ 2 ਦਿਨ ਚੱਲਦੀ ਸੀ, ਜਿਸ ਤੋਂ ਬਾਅਦ ਤੀਸਰੇ ਦਿਨ ਜਿਹੜਾ ਹੈ ਚੀਫ ਮਿਨਿਸਟਰ ਉਹ ਸਾਰੀ ਬਹਿਸ ਨੂੰ ਸਮੇਟ ਕੇ ਉਹਦਾ ਜਵਾਬ ਦਿੰਦੇ ਸੀ। ਪਰ ਇਸ ਵਾਰ ਪਹਿਲੀ ਵਾਰ ਹੋਇਆ ਕਿ ਇੱਕੋ ਦਿਨ ਹੀ ਰੱਖਿਆ, ਯਾਨੀ ਕਿ ਸਵੇਰੇ ਹੀ ਬਹਿਸ ਸ਼ੁਰੂ ਹੋ ਜਾਏਗੀ 10 ਵਜੇ, ਔਰ ਫਿਰ ਸ਼ਾਮ ਤੱਕ ਮਤਲਬ ਜਦ ਤੱਕ ਮੈਨੂੰ ਲੱਗਦਾ ਕਿ ਕਨਕਲੂਡ ਨਹੀਂ ਹੁੰਦੀ ਤਾਂ ਚਲਾਣ ਦਾ ਇਹਨਾਂ ਦਾ ਵਿਚਾਰ ਹੈ। ਮਤਲਬ ਇਹ ਨਵੀਂ ਪਿਰਤ ਪਾਈ ਹੈ, ਜਿਵੇਂ ਲੋਕ ਸਭਾ ਦੇ ਵਿੱਚ ਹੁੰਦਾ ਕਿ 4 ਘੰਟੇ ਦੀ ਸਿਟਿੰਗ ਨਹੀਂ ਹੋਏਗੀ, ਲੰਬਾ ਵੀ ਚੱਲ ਸਕਦਾ। ਸੋ ਇੱਕ ਇਹ ਇੰਟਰਸਟਿੰਗ ਪੁਆਇੰਟ ਹੈ ਕੱਲ ਦੀ ਇਸ ਨਵੇਂ ਸੈਸ਼ਨ ਤੋਂ ਸ਼ੁਰੂ ਹੋਣ ਦਾ। ਉਸ ਤੋਂ ਬਾਅਦ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈਗਾ ਉਹ ਹੈਗਾ ਬਜਟ ਵਾਲੇ ਦਿਨ ਜਿਹੜੀ ਬਹਿਸ ਸ਼ੁਰੂ ਕਰਨੀ ਹੈ। ਇਹ ਅੱਜ ਤੱਕ ਨਹੀਂ ਹੋਇਆ, ਕਿਉਂਕਿ ਨਾ ਹੀ ਇੰਨਾ ਕਿਸੇ ਕੋਲ ਟਾਈਮ ਹੁੰਦਾ ਹੈ, ਮੀਡੀਆ ਵੀ ਫਟਾਫਟ ਆਪਣੇ ਸਾਰਾ ਕੁਝ ਸਮੇਟ ਕੇ, ਕਿਉਂਕਿ ਉਹਨੇ ਉਸ ਦਿਨ 3-4 ਪੇਜ ਦੇਣੇ ਹੁੰਦੇ ਆ, ਸਾਰਿਆਂ ਨੇ ਜਿਹੜੇ ਇਲੈਕਟ੍ਰੋਨਿਕ ਮੀਡੀਆ ਉਹਨਾਂ ਨੇ ਵੀ ਡਿਫਰੈਂਟ ਵਿਸ਼ੇਸ਼ज्ञ ਬੁਲਾ ਕੇ ਜਿਹੜੇ ਹੈਗੇ ਉਹ ਬਹਿਸਾਂ ਕਰਵਾਉਣੀਆਂ ਹੁੰਦੀਆਂ, ਕਾਫੀ ਕੁਝ ਹੁੰਦਾ। ਤਾਂ ਉਸ ਦਿਨ ਕੋਈ ਹੋਰ, ਇਸੇ ਕਰਕੇ ਸੈਸ਼ਨ 'ਚ ਵੀ ਕੋਈ ਹੋਰ ਚੀਜ਼ ਨਹੀਂ ਲੈਂਦੇ, ਸਿਵਾਏ ਪ੍ਰਸ਼ਨ ਕਾਲ ਹੋ ਕੇ ਸਿੱਧਾ ਬਜਟ ਪੇਸ਼ ਹੁੰਦਾ, ਬਾਕੀ ਸਾਰਾ ਬਿਜ਼ਨਸ ਜਿਹੜਾ ਉਹ ਅਗਲੇ ਦਿਨਾਂ 'ਚ ਡੈਫਰ ਹੁੰਦਾ। ਪਰ ਇਸ ਵਾਰੀ ਇਹਨਾਂ ਨੇ ਮਤਲਬ ਬੜੀ ਇੰਟਰਸਟਿੰਗ ਚੀਜ਼ ਹੈ ਕਿ ਦੁਪਹਿਰ ਨੂੰ ਹੀ ਬਹਿਸ ਵੀ ਨਵੀਂ ਸਿਟਿੰਗ ਰੱਖ ਲਈ ਹੈ, ਉਸ 'ਚ ਬਹਿਸ ਸ਼ੁਰੂ ਹੋ ਜਾਏਗੀ। ਸੋ ਇਹ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ। ਤੀਸਰਾ ਜਿਹੜਾ ਹੈਗਾ ਕਿ ਲੰਬਾ ਗੈਪ ਦਿੱਤਾ ਗਿਆ, ਮਤਲਬ ਜਾਂ ਤਾਂ ਪਹਿਲੇ ਜਿਹੜੇ ਬਜਟ ਦੀ ਬਹਿਸ ਮੁਕਾਉਣ ਤੱਕ ਬਹੁਤ ਜ਼ਿਆਦਾ ਕੰਮ ਹੈ, ਲਗਾਤਾਰ ਕੰਮ ਹੈ, 2-2 ਸਿਟਿੰਗਸ ਚੱਲਣੀਆਂ ਨੇ। ਉਸ ਤੋਂ ਬਾਅਦ ਜਿਹੜਾ ਹੈਗਾ 12 ਤਰੀਕ ਤੋਂ ਲੈ ਕੇ 21 ਤਰੀਕ ਤੱਕ ਕੋਈ ਵੀ ਸਿਟਿੰਗ ਨਹੀਂ ਹੈ, ਸਾਰੀਆਂ ਛੁੱਟੀਆਂ ਕਰਤੀਆਂ, ਤੇ 22 ਤਰੀਕ ਨੂੰ ਸਿੱਧਾ ਫਿਰ ਸ਼ੁਰੂ ਹੋਏਗਾ ਨਾਨ ਆਫੀਸ਼ੀਅਲ ਡੇ ਤੋਂ, ਤੇ ਫਿਰ ਲਾਸਟ ਵਾਲੇ ਦਿਨ ਬਿੱਲ ਪੇਸ਼ ਕਰਕੇ ਸਾਰਾ ਇਹ ਖਤਮ ਹੋ ਜਾਏਗਾ। ਸੋ ਐਤਕੀ ਕੁਝ ਚੀਜ਼ਾਂ ਨਵੀਆਂ ਕਰਨ ਦੀ ਕੋਸ਼ਿਸ਼ ਹੈ, ਤਾਂ ਮੈਨੂੰ ਲੱਗ ਰਿਹਾ ਕਿ ਜਾਂ ਤਾਂ ਉਹਨੂੰ ਹੈਕਟਿਕ ਬਣਾਤਾ ਗਿਆ, ਬਹੁਤ ਜ਼ਿਆਦਾ ਹੈਕਟਿਕ ਹੋ ਜਾਏਗਾ, ਔਰ ਇੰਨੇ ਲੋਕ ਵੀ ਇੰਨਾ ਚਿਰ ਬੈਠਣ ਦੇ ਉਸ 'ਚ ਨਹੀਂ ਰਹਿਣਗੇ, ਤੇ ਜਾਂ ਫਿਰ ਮੈਨੂੰ ਇਹ ਲੱਗ ਰਿਹਾ ਕਿ ਗਵਰਨਮੈਂਟ ਇਹ ਇੱਕ ਮੈਸੇਜ ਵੀ ਦੇਣਾ ਚਾਹੁੰਦੀ ਹੈ ਵੀ ਅਸੀਂ ਦੇਖੋ ਲੰਬਾ ਸੈਸ਼ਨ ਰੱਖਿਆ, 23 ਤਰੀਕ ਚੱਲੇਗਾ, 23 ਤਰੀਕ ਤੱਕ ਚੱਲੇਗਾ, 24 ਤਰੀਕ ਤੱਕ ਚੱਲੇਗਾ, 3 ਤਰੀਕ ਨੂੰ ਸ਼ੁਰੂ ਹੋ ਕੇ। ਸੋ ਜਿਹੜਾ 20 ਦਿਨ ਹੈ, ਮਤਲਬ ਅੱਗੇ ਸਿਰਫ 14 ਦਿਨ ਚੱਲਦਾ ਹੁੰਦਾ, ਅੱਜ ਅਸੀਂ 20 ਦਿਨ ਚਲਾ ਰਹੇ ਹਾਂ। ਪਰ ਤੁਸੀਂ ਦੇਖੋ ਕਿ ਛੁੱਟੀਆਂ ਕਿੰਨੀਆਂ ਆਈਆਂ ਨੇ। ਜਾਂ ਤਾਂ ਮੈਨੂੰ ਲੱਗਦਾ ਜਿਹੜੀ ਡਬਲ ਸਿਟਿੰਗ ਵਾਲੀ ਹੈ ਉਹ ਛੁੱਟੀਆਂ 'ਚ ਸ਼ਿਫਟ ਕੀਤੀ ਜਾਊਗੀ ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਏਗੀ, ਤੇ ਜਾਂ ਫਿਰ ਮੈਨੂੰ ਇਸੇ ਤਰ੍ਹਾਂ ਅਗਰ ਰੱਖਦੇ ਆ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਹੈਕਟਿਕ ਰਹਿਣ ਵਾਲਾ ਹੈ ਇਸ ਵਾਰੀ ਸੈਸ਼ਨ। ਤੁਸੀਂ ਠੀਕ ਕਿਹਾ ਕਿ ਬੈਠਣਾ ਔਖਾ ਹੁੰਦਾ, ਜਿਹਨਾਂ ਨੂੰ ਆਦਤ ਨਾ ਹੋਈ ਹੋਵੇ ਉਹਨਾਂ ਲਈ ਬਹਿਣਾ ਜ਼ਿਆਦਾ ਔਖਾ ਹੁੰਦਾ। ਸਾਡੇ ਮੈਂਬਰਾਂ ਨੂੰ ਆਦਤ ਹੀ ਕਿੱਥੇ ਆ, ਉਹ ਤਾਂ ਭੋਗਾਂ ਵਿਆਹਾਂ ਤੇ ਕਿਤੇ ਸ਼ਗਨ ਦੇ ਕੇ ਜਾਂ ਸ਼ਰਧਾਂਜਲੀਆਂ ਭੇਟ ਕਰਨ ਤੱਕ ਸੀਮਤ ਰਹਿ ਗਏ ਆ, ਹੋਰ ਤਾਂ ਕੋਈ ਕੰਮ ਧੰਦੇ ਬਾਕੀ ਬਚੇ ਨਹੀਂ। ਨੀਤੀ ਤਾਂ ਇਹਨਾਂ ਕੀ ਬਣਾਉਣੀ ਹੈ, ਨੀਤੀ ਬਣੀ ਹੋਈ ਨੂੰ ਵੀ ਪੜਨ ਦੀ ਕਿਤੇ ਕਰਦੇ ਨਹੀਂ, ਐਫਰਟਸ ਨਹੀਂ ਲਾਉਂਦੇ। ਦੂਜੀ ਗੱਲ, ਇੱਕ ਹੋਰ ਅਹਿਮ ਸਵਾਲ ਇਹਦੇ 'ਚ ਹੈਗਾ ਕਿ ਕੁਲਤਾਰ ਸਿੰਘ ਸੰਧਵਾ ਕੰਮ ਤਾਂ ਕਰ ਰਹੇ ਆ, ਕੁਝ ਨਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ 'ਚ ਹੈਗੇ ਆ। ਚਲੋ ਮੌਕਾ ਕਦੇ ਕਦੇ ਮਿਲਦਾ, ਹਿਸਟਰੀ ਦੇ ਵਿੱਚ ਬਹੁਤ ਲੰਬੀ ਫਹਿਰਿਸਤ ਹੁੰਦੀ ਹੈ, ਸਪੀਕਰ ਦੇ ਪਿੱਛੇ ਵੀ ਲੱਗੀ ਹੋਣੀ ਕਿ ਕਿੰਨੇ ਆਏ ਕਿੰਨੇ ਚਲੇ ਗਏ, ਕੋਈ ਪੱਕੀ ਇੱਟ ਵਾਲਾ ਮਿਲਿਆ ਨਹੀਂ ਸਾਨੂੰ ਇੱਥੇ। ਭਾਸਕਰ ਸਾਹਿਬ, ਵੈਸੇ ਮੈਂ ਤੁਹਾਡੇ ਵੱਲ ਇੰਦਰਪ੍ਰੀਤ ਜੀ ਅਗਲਾ ਮੁੱਦਾ ਬਾਈਬਲ ਕਲਾਂ ਵਾਲਾ ਲੈ ਕੇ ਆ ਰਿਹਾ। ਕੌਮੀ ਇਨਸਾਫ ਮੋਰਚੇ ਨੂੰ ਸਰਕਾਰ ਨੇ ਸਾਫ਼ ਕਰਤਾ ਕਿ ਅਸੀਂ ਬਾਈਬਲ ਕਲਾਂ ਮਾਮਲੇ 'ਚ ਚਾਰਜਸ਼ੀਟ ਤੁਰੰਤ ਦਾਖਲ ਕਰ ਰਹੇ ਹਾਂ, ਬਹੁਤ ਜਲਦੀ। ਇਹਦੇ ਤੇ ਮੈਂ ਆਉਣਾ ਹੈ, ਪਰ ਮੈਂ ਰੂਰਲ ਡਿਵੈਲਪਮੈਂਟ ਫੰਡ ਨੂੰ ਲੈ ਕੇ ਜਿਹੜੀ ਸਰਕਾਰ ਆ, ਜਿਹੜੀ ਭਾਸਕਰ ਸਾਹਿਬ ਆਮ ਘਰਾਂ ਦੀ ਕਹਾਣੀ ਆ, ਸਰਕਾਰ ਨਾਲ ਵਾਪਰ ਰਹੀ ਆ ਕਿ ਮੇਰੀ ਕਿਸ਼ਤ ਟੁੱਟ ਗਈ ਜਾਂ ਮੇਰੀ ਕਿਸ਼ਤ ਨਾ ਟੁੱਟ ਜੇ, ਇਹਨਾਂ ਫਿਕਰਾਂ 'ਚੋਂ ਹੀ ਨਹੀਂ ਨਿਕਲਿਆ ਜਾਂਦਾ। ਆ ਜ਼ਰਾ ਮੈਨੂੰ ਕਹਾਣੀ ਜੀ ਸੁਣਾਓ ਨਾ, ਵੀ ਸਰਕਾਰ ਦੀ ਕਿਸ਼ਤ ਟੁੱਟ ਚੱਲੀ ਸੀ, ਇਹ ਸਮਾਂ ਲੈਂਦੀ ਫਿਰਦੀ ਆ, ਸਮਾਂ ਮਿਲ ਵੀ ਝੱਟ ਸਰਕਾਰ ਨੂੰ ਜਾਂਦਾ, ਉਦਾਂ ਤੇ ਬੈਂਕ ਵਾਲੇ ਘਰਾਂ 'ਚ ਆ ਜਾਂਦੇ ਆ।
ਜਿਨ੍ਹਾਂ ਨੇ ਕਿਤੇ ਬਾਈਕ ਸ਼ਾਈਕ ਲਏ ਹੁੰਦੇ ਉਹ ਤਾਂ ਚੱਕਣ ਹੀ ਆ ਜਾਂਦੇ। ਕੀ ਕਹਿੰਦੇ? ਸਰਕਾਰ ਰੂਰਲ ਡਿਵੈਲਪਮੈਂਟ ਫੰਡ ਦੇ ਉੱਤੇ ਕੇਂਦਰ ਦੇ ਨਾਲ ਕਈ ਵਾਰ ਮੀਟਿੰਗ ਵੀ ਹੋ ਚੁੱਕੀ ਹੈ, ਪੀਯੂਸ਼ ਗੋਇਲ ਨਾਲ ਭਗਵੰਤ ਮਾਨ ਉਹਨਾਂ ਆਪ ਗਏ ਸੀਗੇ, ਪਰ ਉਸ ਤੋਂ ਬਾਵਜੂਦ ਵੀ ਰੂਰਲ ਡਿਵੈਲਪਮੈਂਟ ਫੰਡ ਪੰਜਾਬ ਨੂੰ ਹਜੇ ਤੱਕ ਨਹੀਂ ਮਿਲਿਆ। ਬਲਕਿ ਇੱਕ ਚਿੱਠੀ ਜ਼ਰੂਰ ਆ ਗਈ ਕਿ ਜਿਹੜਾ ਤੁਸੀਂ 6% ਲੈਂਦੇ ਹੋ ਹੁਣ ਇਮੀਡੀਏਟਲੀ 2% ਕਰ ਦਿਓ, 2% ਤੋਂ ਵੱਧ ਨਹੀਂ ਦੇਣਾ, 1% ਮਾਰਕੀਟ ਫੀ ਤੇ 1% ਰੂਰਲ ਡਿਵੈਲਪਮੈਂਟ ਫੰਡ। ਪਰ ਜਿਹੜਾ 3200 ਕਰੋੜ ਰੁਪਇਆ ਸਾਡਾ ਅਟਕਿਆ ਹੋਇਆ ਉਹ ਵੀ ਸਾਨੂੰ ਨਹੀਂ ਦਿੱਤਾ। ਧੱਕਾ ਤੇ ਬਹੁਤ ਜ਼ਿਆਦਾ ਹੈਗਾ, ਪਰ ਇਹ ਧੱਕਾ ਹੋਰ ਵੀ ਜ਼ਿਆਦਾ ਇਸ ਕਰਕੇ ਹੋ ਜਾਂਦਾ ਹੈ ਕਿ ਜਦ ਸਾਡਾ ਰੂਰਲ ਡਿਵੈਲਪਮੈਂਟ ਫੰਡ ਨਾ ਮਿਲਣ ਕਰਕੇ ਡਿਪਾਰਟਮੈਂਟ ਇੱਕ ਤਰੀਕੇ ਨਾਲ ਡਿਫਾਲਟਰ ਹੋ ਜਾਏ। ਡਿਫਾਲਟਰ ਬੈਂਕਾਂ ਦਾ ਡਿਫਾਲਟਰ ਕਿਉਂ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੋਨਾਂ ਦੇ ਟਾਈਮ ਲੋਨ ਮਾਫੀ ਦੀ ਜਿਹੜੀ ਸਕੀਮ ਸੀਗੀ ਉਹਦੇ ਵਾਸਤੇ ਲੋਨ ਲਿੱਤਾ ਸੀਗਾ ਰੂਰਲ ਡਿਵੈਲਪਮੈਂਟ ਫੰਡ ਦੀ ਅਗਾਹ ਇਨਕਮ ਨੂੰ ਗਿਰਵੀ ਰੱਖ ਕੇ, ਯਾਨੀ ਅਗਲੇ ਸਾਲਾਂ ਦੇ ਵਿੱਚ ਜਿਹੜੀ ਕੁਝ ਕਲੈਕਸ਼ਨ ਹੋਏਗੀ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਸੈਂਟਰ ਨੇ ਨਹੀਂ ਦਿੱਤਾ ਉਹਨੂੰ ਗਿਰਵੀ ਰੱਖ ਕੇ ਲੋਨ ਲਿੱਤਾ ਸੀਗਾ। ਲੋਨ ਵੀ ਲਿੱਤਾ ਸੀਗਾ 4650 ਕਰੋੜ ਦਾ, ਔਰ ਉਹਦੇ ਵਿੱਚੋਂ ਅਸੀਂ ਹਜੇ ਤੱਕ ਕਾਫੀ ਕੁਝ ਵਾਪਸ ਵੀ ਕਰ ਚੁੱਕੇ ਹਾਂ। 5500 ਕਰੋੜ ਰੁਪਏ ਅਸੀਂ ਵਾਪਸ ਕਰ ਚੁੱਕੇ ਹਾਂ 4650 ਕਰੋੜ ਲੈਣ ਤੋਂ ਬਾਅਦ, ਤੇ ਹਜੇ ਵੀ ਸਾਡੀ 545 ਕਰੋੜ ਦੀ ਇੱਕ ਕਿਸ਼ਤ ਹੈ ਜਿਹਦੀ ਕੱਲ ਤਰੀਕ ਲੈਣ ਤੋਂ ਬਾਅਦ ਕੱਲ ਵੀ ਉਹ ਡੇਟ ਖਤਮ ਹੋ ਗਈ, ਤੇ ਹੁਣ ਅਸੀਂ 545 ਕਰੋੜ ਦੇ ਬੈਂਕਾਂ ਦੇ ਡਿਫਾਲਟਰ ਹੋ ਗਏ ਹਾਂ। ਔਰ ਉਤੋਂ ਉਹ ਜਿਹੜੇ ਦਿੱਲੀ ਵਾਲੇ ਹੈਗੇ ਨੇ ਉਹ 3200 ਕਰੋੜ ਰੁਪਏ ਭੇਜ ਨਹੀਂ ਰਹੇ। ਹਜੇ ਵੀ ਸਾਨੂੰ ਇਸ ਤੋਂ ਬਾਅਦ ਜੇ ਇਹ ਕਿਸ਼ਤ ਦੇ ਵੀ ਦਿੰਦੇ ਆ ਤੇ 1615 ਕਰੋੜ ਰੁਪਏ ਹੋਰ ਦੇਣੇ ਆ ਜਿਹੜਾ ਕਿਸਾਨਾਂ ਦਾ ਲੋਨ ਮਾਫੀ ਕੀਤਾ ਸੀਗਾ। ਪਰ ਦੂਜੇ ਪਾਸੇ ਕੱਲ ਸਰਕਾਰ ਦਾ ਇੱਕ ਹੋਰ ਆਰਡਰ ਆਇਆ ਰੂਰਲ ਡਿਵੈਲਪਮੈਂਟ ਫੰਡ ਦੇ ਉੱਤੇ, ਤੇ ਆਪਾਂ ਫਸ ਹੀ ਰਹਿ ਗਏ ਆ। ਲੇਕਿਨ ਸਰਕਾਰ ਦਾ ਇੱਕ ਹੋਰ ਵੀ ਆਇਆ ਜਿਹੜਾ ਬੁਢਾਪਾ ਪੈਨਸ਼ਨ ਸਕੀਮ ਹੈ ਨਾ, ਉਹਦੇ ਵਿੱਚ ਜਿਹੜੇ ਬੁੜੇ 3 ਮਹੀਨੇ ਤੋਂ ਲਗਾਤਾਰ ਪੈਨਸ਼ਨ ਨਹੀਂ ਕਢਾ ਰਹੇ ਉਹਨਾਂ ਨੂੰ ਇੱਕ ਨੋਟਿਸ ਹੈ ਵੀ 3 ਮਹੀਨੇ ਦੇ ਵਿੱਚ ਤੁਸੀਂ ਪੈਨਸ਼ਨ ਨਹੀਂ ਕਢਾਈ ਲਗਾਤਾਰ, ਤੇ ਫਿਰ ਸਾਨੂੰ ਆ ਕੇ ਦੱਸੋ ਤੁਸੀਂ ਜਿੰਦੇ ਹੋ ਕਿਉਂ ਨਹੀਂ ਕਢਾਈ, ਕੀ ਕਾਰਨ ਸੀਗਾ। ਔਰ ਜਿਹੜੇ ਬੰਦੇ ਬੁਢਾਪਾ ਪੈਨਸ਼ਨ 3 ਮਹੀਨੇ ਨਹੀਂ ਕਢਾਉਂਦੇ ਆ ਉਹਨਾਂ ਦਾ ਨਾਂ ਅੱਗੇ ਚੱਲ ਕੇ ਕੱਟ ਸਕਦਾ। ਪਹਿਲੇ ਵੀ ਬੜੇ ਸਾਰੇ ਨਾਂ ਕੱਟ ਗਏ ਨੇ। ਇਹ ਦੋਨੋਂ ਗੱਲਾਂ ਦੇ ਉੱਤੇ ਸਰਕਾਰ ਬੁੜਿਆਂ ਦੇ ਖਿਲਾਫ ਹੋ ਰਹੀ ਹੈ, ਬੁੜਿਆਂ ਦੇ ਅਗੇਂਸਟ ਹੋ ਰਹੀ ਹੈ, ਔਰ ਦੂਜੇ ਪਾਸੇ ਕੇਂਦਰ ਸਾਡੇ 3200 ਕਰੋੜ ਰੁਪਏ ਨਹੀਂ ਦੇ ਰਿਹਾ। ਭਾਸਕਰ ਸਾਹਿਬ, ਤੁਸੀਂ ਬੁੜਿਆਂ ਦਾ ਖੂੰਡਾ ਸਾਡੇ ਦੁਆਲੇ ਕਢਾਓਗੇ। ਤੁਸੀਂ ਕਿੰਨੀ ਵਾਰੀ ਬੁੜੇ ਕਹਿਤਾ, ਪੁੱਛ ਕੇ ਵੇਖੋ ਜਦੋਂ ਮੁੱਛ ਤੇ ਹੱਥ ਫਿਰਦਾ ਨਾ, ਇਸੇ ਉਮਰ 'ਚ ਤੇ ਕਹਿੰਦੇ ਸਵਾਦ ਆਉਂਦਾ ਜ਼ਿੰਦਗੀ ਜੀਣ ਦਾ, ਬਾਕੀ ਤੇ ਝਮੇਲਿਆਂ 'ਚ ਲੰਘ ਜਾਂਦੀ, ਤੇ ਤੁਸੀਂ ਡਿਸਕਾਰਡ ਕਰੀ ਜਾਂਦੇ ਹੋ ਬੁੜੇ ਕਹਿ ਕੇ। ਇੰਜ ਨਾ ਕਹੋ, ਮੈਨੂੰ ਪੱਕਾ ਪਤਾ ਕਿ ਸਾਨੂੰ ਸੁਣਨ ਵਾਲੇ ਉਹੀ ਆ, ਸਭ ਨੇ ਬੰਦ ਕਰ ਜਾਣਾ। ਅੱਛਾ ਚਲੋ, ਇਹ ਤਾਂ ਹਾਸਾ ਠੱਠਾ ਹੈ। ਇੱਥੇ ਸਰਦਾਰੀ ਕਰ ਗਏ ਜਮੇਰ ਸਿੰਘ ਲੱਖੋਵਾਲ, ਤੇ ਮੁੜ ਕੇ ਬੁੱਲੇ ਲੁੱਟ ਗਏ ਲਾਲ ਸਿਉਂ ਹੋਰੀ। ਆ ਵਾਰੀ ਹਰਜੰਦ ਸੋਂ ਬਸਤੀ ਦੀ ਕੀ ਆਈ, ਸਿਆਪੇ ਹੀ ਪੈ ਗਏ। ਆ ਮੰਡੀਕਰਨ ਬੋਰਡ ਵਿਚਾਰਾ ਕਰਜ਼ੇ ਦੀਆਂ ਚੀਕਾਂ ਮਾਰੀ ਜਾਂਦਾ। ਕਿੱਥੇ ਸਵਾਦ ਨਾਲ ਸਾਰੇ ਪ੍ਰਦੇਸ਼ ਦੇ ਵਿੱਚ ਚੱਕਰ ਕੱਟਣਾ ਸੀ, ਉਹ ਕਦੀ ਸੜਕ ਬਣਨ ਵਾਲੀ ਬਣਾ ਲਓ। ਸਾਡੇ ਐਮਐਲਏ ਦੀਆਂ ਧਾੜਾਂ ਜਿਹੜੀਆਂ ਨੇ ਉਹ ਚੇਅਰਮੈਨ ਦੇ ਕਮਰੇ 'ਚ ਵੀ ਤੁਰੀਆਂ ਰਹਿੰਦੀਆਂ। ਉਂਝ ਮੈਨੂੰ ਇੱਕ ਚੰਗਾ ਭਲਾ ਐਮਡੀ ਪੱਧਰ ਦਾ ਅਧਿਕਾਰੀ ਕਹਿਣ ਲੱਗਿਆ, ਕਹਿੰਦਾ ਚੇਅਰਮੈਨ ਦੇ ਪੱਲੇ ਹੁੰਦਾ ਕੱਖ ਨਹੀਂ। ਉਹ ਮੈਂ ਕਿਹਾ ਕਮਲਿਓ, ਏਡੇ ਵੱਡੇ ਤਾਮ ਝਾਮ ਸਰਕਾਰਾਂ ਉੱਤੋਂ ਤੋਂ ਥੱਲੇ, ਤੁਸੀਂ ਕਹਿੰਦੇ ਆ ਕਿ ਪਾਵਰਸ ਨਹੀਂ ਹੁੰਦੀਆਂ, ਪਾਵਰ ਲੈ ਲੈਣਗੇ। ਪਾਵਰ ਤਾਂ ਵਰਤਣੀ ਆਉਣੀ ਚਾਹੀਦੀ ਆ, ਪਰ ਕਰਜ਼ੇ ਵਾਲੀ ਜਿਹੜੀ ਗੱਲ ਆ ਇਹ ਜਰਾ ਟੇਢੀ ਆ। ਮੈਨੂੰ ਤੁਸੀਂ ਕੁਝ ਕਹਿਣ ਲੱਗੇ ਸੀ ਤੇ ਇੰਦਰਪ੍ਰੀਤ ਜੀ, ਇਹ ਵੀ ਗੱਲ ਦੱਸੋ। ਤੇ ਦੂਜੀ ਗੱਲ, ਕੌਮੀ ਇਨਸਾਫ ਮੋਰਚੇ ਨਾਲ ਜਿਹੜੀ ਸਰਕਾਰ ਦੀ ਗੱਲਬਾਤ ਹੈ ਉਹ ਕੀ ਹੈ ਤੇ ਕਿਉਂ ਹੋਈ ਹੈ ਤੇ ਕਿੱਦਾਂ ਹੈ, ਤੇ ਇਹਦੇ ਵਿੱਚ ਹੁਣ ਰਿਜ਼ਲਟ ਕੀ ਆ? ਮੋਰਚਾ ਉੱਠਣ ਲੱਗਿਆ? ਰੰਧਾਵਾ ਸਾਹਿਬ, ਮੈਂ ਤੁਹਾਨੂੰ ਸ਼ਾਇਦ ਇੱਕ ਵਾਰੀ ਪਹਿਲਾਂ ਵੀ ਇਸੇ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ ਆਰਡੀਐਫ ਨਾ ਦੇਣਾ ਬਹੁਤ ਵੱਡੀ ਸਾਜ਼ਿਸ਼ ਦੀ ਇੱਕ ਤੁਰਨ ਦਾ ਅਸੀਂ ਕੰਮ ਕਰ ਰਹੇ ਹਾਂ। ਉਹ ਇਹ ਹੈਗਾ ਕਿ ਅਸੀਂ ਸਟੇਟ ਨੂੰ ਇੰਨਾ ਕੁ ਕਰਜ਼ਾਈ ਕਰ ਦਈਏ ਜਾਂ ਇੰਨਾ ਕੁ ਇਸ ਸਥਿਤੀ 'ਚ ਲਿਆ ਦਈਏ ਕਿ ਜਦੋਂ ਮਰਜ਼ੀ ਅਸੀਂ ਬਾਂਹ ਮਰੋੜ ਕੇ ਉਹਨਾਂ ਤੋਂ ਆਪਣੇ ਕੰਮ ਕਰਾ ਲਈਏ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਵੱਡੀਆਂ ਜਿਹੜੀਆਂ ਫਰਮਾਂ ਨੇ ਜਿਹੜੀਆਂ ਖਾਸ ਤੌਰ ਤੇ ਫੂਡ ਗ੍ਰੇਨਸ ਦੇ ਨਾਲ ਸੰਬੰਧਿਤ ਚੱਲਦੀਆਂ ਨੇ, ਜਿਵੇਂ ਆਈਟੀਸੀ ਹੈ, ਹੋਰ ਬਹੁਤ ਵੱਡੀਆਂ ਕੰਪਨੀਆਂ ਹੈਗੀਆਂ ਨੇ, ਉਹ ਬਹੁਤ ਟਾਈਮ ਤੋਂ ਇਹ ਡਿਮਾਂਡ ਕਰ ਰਹੀਆਂ ਨੇ ਕਿ ਅਸੀਂ ਇੰਨੀ ਜ਼ਿਆਦਾ ਟੈਕਸੇਸ਼ਨ ਨਹੀਂ ਦੇ ਸਕਦੇ ਜਿੰਨੀ ਜ਼ਿਆਦਾ ਟੈਕਸੇਸ਼ਨ ਪੰਜਾਬ, ਹਰਿਆਣਾ ਜਾਂ ਵੈਸਟਰਨ ਯੂਪੀ ਜਾਂ ਰਾਜਸਥਾਨ ਹੋਰਾਂ ਨੇ ਲਗਾਈਆਂ ਹੋਈਆਂ ਨੇ। ਅਸੀਂ ਇੰਨੇ ਮਤਲਬ ਟੈਕਸਸ ਨਹੀਂ ਦੇ ਸਕਦੇ। ਸਰਕਾਰ ਦੇ ਉੱਤੇ ਦਬਾਅ ਇਸ ਗੱਲ ਦਾ ਹੈਗਾ ਕਿ ਅਸੀਂ ਫੂਡ ਗ੍ਰੇਨਸ ਦੀ ਖਰੀਦ ਦੇ ਵਿੱਚ ਜਿਹੜਾ ਹੈਗਾ ਉਹ ਪ੍ਰਾਈਵੇਟ ਸੈਕਟਰ ਨੂੰ ਐਂਟਰ ਕਰਾਈਏ। ਅਸੀਂ ਵੀ ਐਡਾ ਬੋਝ ਜਿਹੜਾ ਹੈਗਾ 1.25 ਲੱਖ ਕਰੋੜ ਤੋਂ ਉੱਪਰ ਦਾ, ਦੇਖੋ ਇਹ ਹੈਗਾ ਤਕਰੀਬਨ ਧਾਮ ਝਾਮ ਸਾਰਾ, ਤੇ ਇਹ ਅਸੀਂ ਮਤਲਬ ਨਹੀਂ ਚੁੱਕ ਸਕਦੇ।
ਤੇ ਸਰਕਾਰ ਵੀ ਇਸ ਤੋਂ ਨਿਕਲਣਾ ਚਾਹੁੰਦੀ ਹੈ ਤਾਂ ਕਿ ਪ੍ਰਾਈਵੇਟ ਸੈਕਟਰ ਨੂੰ ਉਹ ਅੰਦਰ ਲਿਆ ਸਕੇ। ਪਰ ਅੰਦਰ ਆਉਣ ਦਾ ਸਿਰਫ ਇੱਕੋ ਹੀ ਰਾਈਡਰ ਹੈ, ਉਹ ਹੈਗਾ ਟੈਕਸੇਸ਼ਨ। ਤੇ ਟੈਕਸੇਸ਼ਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਇੱਕ ਫਿੱਕੀ ਦੀ ਇੱਕ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜੀ ਅਸੀਂ ਇੰਨੇ ਟੈਕਸ ਨਹੀਂ ਦੇ ਸਕਦੇ, ਇਹਨੂੰ 2% ਕਰੋ। ਤਾਂ ਗਵਰਨਮੈਂਟ ਆਫ ਇੰਡੀਆ ਨੇ ਉਦੋਂ ਮੰਨ ਲਿਆ ਸੀ ਕਿ 2% ਕਰਾਂਗੇ, ਔਰ ਹੁਣ ਉਹਨਾਂ ਨੇ ਇਹ ਜਿਹੜਾ ਰੂਰਲ ਡਿਵੈਲਪਮੈਂਟ ਫੰਡ 3000 ਕਰੋੜ ਸਾਡਾ ਰੋਕਿਆ ਹੈ, ਉਹ ਜਦੋਂ ਅਸੀਂ ਲੈਣ ਜਾਵਾਂਗੇ ਤਾਂ ਇਹ ਸ਼ਰਤ ਰੱਖੀ ਜਾਊਗੀ ਕਿ ਇਹ ਤੁਹਾਨੂੰ ਤਾਂ ਮਿਲੂਗਾ ਜਦੋਂ ਤੁਸੀਂ 2% ਦੇ ਉੱਤੇ ਗੱਲ ਮੰਨੋਗੇ। ਕਿਉਂਕਿ ਮੈਨੂੰ ਯਾਦ ਹੈ ਜਦੋਂ ਮਨਪ੍ਰੀਤ ਬਾਦਲ ਹੋਣੀ ਉਹਨੂੰ ਉਸ ਟਾਈਮ ਵੀ 3500 ਕਰੋੜ ਰੁਕਿਆ ਸੀਗਾ, ਜਦੋਂ ਮਨਪ੍ਰੀਤ ਬਾਦਲ ਤੇ ਭਾਰਤ ਭੂਸ਼ਣ ਆਸ਼ੂ ਪਿਊਸ਼ ਗੋਇਲ ਕੋਲੇ ਜਾਂਦੇ ਹੁੰਦੇ ਸੀਗੇ ਮੰਗਣ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਬਈ ਜਦ ਤੱਕ ਤੁਸੀਂ ਇਹ ਮੱਦ ਹਟਾਉਂਦੇ ਨਹੀਂ ਕਿ ਇਹ ਪੈਸਾ ਜਿਹੜਾ ਹੈ ਕਰਜ਼ੇ ਲਈ ਵੀ ਦਿੱਤਾ ਜਾ ਸਕਦਾ ਹੈ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਮੱਦ ਪਾਈ ਸੀਗੀ ਆਰਡੀਐਫ ਦੇ ਐਕਟ ਦੇ ਵਿੱਚ ਕਿ ਇਸ ਦਾ ਪੈਸਾ ਜਿਹੜਾ ਆਰਡੀਐਫ ਵਾਲਾ ਹੈਗਾ ਉਹ ਕਮਜ਼ੋਰ ਕਿਸਾਨਾਂ ਦੇ ਜਾਂ ਲੇਬਰ ਦੇ ਕਰਜ਼ੇ ਨੂੰ ਮਾਫ ਕਰਨ ਲਈ ਵੀ ਦਿੱਤਾ ਜਾ ਸਕਦਾ। ਤੇ ਉਹਨਾਂ ਨੇ 1% ਵਧਾ ਵੀ ਲਿਆ ਸੀ। ਉਦੋਂ ਉਹਨੇ ਕਿਹਾ ਸੀ ਵੀ ਇਹ ਪਾਓ ਤਾਂ ਦਊਂਗਾ ਪੈਸਾ। ਫਿਰ ਇਹ ਉੱਥੇ ਮੰਨ ਕੇ ਆ ਗਏ ਸੀਗੇ ਕਿ ਹਾਂ ਠੀਕ ਹੈ ਅਸੀਂ ਦੇ ਦਾਂਗੇ ਔਰ ਇਹ ਕਰ ਦਾਂਗੇ, ਪਰ ਤੁਸੀਂ ਸਾਨੂੰ ਪੈਸਾ ਰਿਲੀਜ਼ ਕਰ ਦਿਓ। ਔਰ ਆ ਕੇ ਇਹਨਾਂ ਨੇ ਤਾਂ ਨਹੀਂ ਕੀਤਾ, ਲੇਕਿਨ ਭਗਵੰਤ ਮਾਨ ਹੋਰਾਂ ਨੂੰ ਇਹ ਮੱਦ ਜਿਹੜੀ ਹੈ ਉਹ ਵਿੱਚ ਪਾਣੀ ਪਈ। ਪਰ ਇਸ ਦੇ ਬਾਵਜੂਦ ਤੁਸੀਂ ਦੇਖੋ ਹਜੇ ਤੱਕ ਸਾਡਾ ਉਹ 3200 ਕਰੋੜ ਰੁਪਇਆ ਨਹੀਂ ਦਿੱਤਾ। ਤਾਂ ਕਿ ਅਸੀਂ ਹੁਣ ਜਦੋਂ ਅੱਜ ਗੱਲ ਕਰਾਂਗੇ ਅਮਿਤ ਸ਼ਾਹ ਹੋਰਾਂ ਨਾਲ, ਤਾਂ ਮੈਨੂੰ ਲੱਗਦਾ ਜਾਂ ਅਮਿਤ ਸ਼ਾਹ ਨਾਲ ਕਰਾਂਗੇ ਜਾਂ ਪ੍ਰਧਾਨ ਮੰਤਰੀ ਪੱਧਰ ਤੇ ਕਰਾਂਗੇ ਜਾਂ ਪਿਊਸ਼ ਗੋਇਲ ਦੇ ਪੱਧਰ ਤੇ ਕਰਾਂਗੇ, ਤਾਂ ਸਾਡੇ ਤੇ ਇਹ ਇੱਕ ਵੱਡਾ ਦਬਾਅ ਰਹੂਗਾ ਕਿ ਜੀ ਕੀ ਅਸੀਂ ਇਹ ਮੰਨ ਲਈਏ ਕਿ ਅਸੀਂ 2% ਹੀ ਦੇਵਾਂਗੇ। ਜੇ ਅਸੀਂ ਇਹ ਮੰਨ ਲੈਂਦੇ ਹਾਂ ਤਾਂ ਮੈਨੂੰ ਲੱਗਦਾ ਕਿ ਸਾਨੂੰ ਜਿਹੜਾ ਮੰਡੀ ਬੋਰਡ ਹੈ ਇਹ ਚਲਾਉਣਾ ਬੜਾ ਮੁਸ਼ਕਿਲ ਹੋ ਜਾਏਗਾ, ਕਿਉਂਕਿ ਸਾਡੇ ਕੋਲੇ 1600-1700 ਤਾਂ ਪੱਕੀਆਂ ਮੰਡੀਆਂ ਨੇ, ਜਿੱਥੇ ਵੱਡੀਆਂ ਮੰਡੀਆਂ ਨੇ, ਜਿੱਥੇ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਹੈਗਾ। ਔਰ ਦੂਸਰਾ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਮਤਲਬ ਇਨਫਰਾਸਟ੍ਰਕਚਰ ਹੈ, ਉਹਨੂੰ ਤਾਂ ਸਿਰਫ ਰਿਪੇਅਰ ਕਰਨ ਵਾਸਤੇ ਹੀ ਹਰ ਸਾਲ 1500 ਕਰੋੜ ਚਾਹੀਦਾ ਹੈ। ਨਵੀਆਂ ਤਾਂ ਬਣਾਉਣ ਦੀ ਆਪਾਂ ਗੱਲ ਭੁੱਲ ਹੀ ਜਾਈਏ, ਸਿਰਫ ਅਗਰ ਰਿਪੇਅਰ ਕਰਨੀ ਹੈ ਤਾਂ ਸਾਨੂੰ 1500 ਕਰੋੜ ਰੁਪਇਆ ਹਰ ਸਾਲ ਚਾਹੀਦਾ ਹੈ। ਤੇ ਉਹ ਕਿੱਥੋਂ ਆਏਗਾ, ਇਹ ਇੱਕ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਹੋ ਜਾਣਾ ਜੀ। ਦੂਸਰੀ ਗੱਲ ਤੁਸੀਂ ਬਹਿਬਲ ਕਲਾਂ ਦੀ ਵੀ ਕੀਤੀ। ਬਹਿਬਲ ਕਲਾਂ ਵਾਲੀ ਜਿਹੜੀ ਮੀਟਿੰਗ ਹੈ ਕੋਈ ਨਵੀਂ ਨਹੀਂ ਹੈ। ਇਹ ਤੁਹਾਨੂੰ ਯਾਦ ਹੋਊਗਾ ਆਪਾਂ ਜਦੋਂ 2-3 ਦਿਨ ਪਹਿਲਾਂ ਬਹਿਸ ਕਰ ਰਹੇ ਸੀ ਇਸੇ ਪਲੇਟਫਾਰਮ ਤੇ, ਤਾਂ ਉਦੋਂ ਵੀ ਇਹ ਕੌਮੀ ਇਨਸਾਫ ਉਹ ਵਾਲੀ ਮੀਟਿੰਗ ਦੀ ਗੱਲ ਹੋ ਰਹੀ ਹੈ। ਇਹਨਾਂ ਨੇ ਸਰਕਾਰ ਨੇ ਪ੍ਰੈਸ ਨੋਟ ਕੱਲ ਜਾਰੀ ਕੀਤਾ, ਅਦਰਵਾਈਜ਼ ਮੀਟਿੰਗ ਇਹ 2 ਦਿਨ ਪਹਿਲਾਂ ਦੀਆਂ ਉਹਦੇ ਵਿੱਚ ਇਹ ਮੰਨੇ ਸੀਗੇ ਕਿ ਅਸੀਂ ਕੁਝ ਉਹਨਾਂ ਦੀ ਤਾਂ ਡਿਮਾਂਡਸ ਹੋਰ ਨੇ, ਮੇਨਲੀ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਆ, ਤੇ ਇੱਕ ਡਿਮਾਂਡ ਉਹਨਾਂ ਦੀ ਜ਼ਰੂਰ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ। ਉਹਦੇ ਵਿੱਚ ਨੌਨ ਹੈਲਥ ਸਿੰਘ ਉਹਨਾਂ ਦੀ ਕਮੇਟੀ ਬਣੀ ਹੋਈ ਹੈ ਤੇ ਸਰਕਾਰ ਇਹ ਆਸ਼ਵਾਸਨ ਦੇਣ ਚ ਉਹਨਾਂ ਨੂੰ ਮਤਲਬ ਕਾਮਯਾਬ ਹੋ ਗਈ ਹੈ, ਕਿਉਂਕਿ ਉਹਨਾਂ ਨੇ ਪਹਿਲਾਂ ਕੋਟਕਪੂਰਾ ਗੋਲੀकांड ਵਾਲੀ ਜਿਹੜੀ ਚਾਰਜ ਸ਼ੀਟ ਹੈ ਉਹ ਪੇਸ਼ ਕਰਤੀ ਹੈ, ਤੇ ਹੁਣ ਉਹ ਉਸ ਤੇ ਉਹਨਾਂ ਨੂੰ ਭਰੋਸਾ ਜ਼ਰੂਰ ਹੋ ਗਿਆ ਸਰਕਾਰ ਤੇ ਕਿ ਠੀਕ ਹੈ ਅਸੀਂ ਦੇਖੋ ਉਹ ਵਾਲੀ ਕਰਤੀ ਹੈ ਤੇ ਅਸੀਂ ਇਹ ਵੀ ਜਲਦੀ ਕਰ ਦਾਂਗੇ, ਤੁਸੀਂ ਘੱਟੋ ਘੱਟ ਜਿਹੜਾ ਮੋਰਚਾ ਹੈਗਾ ਇਹ ਸਮਾਪਤ ਕਰ ਦਿਓ। ਤੇ ਹਜੇ ਮਤਲਬ ਫਾਈਨਲ ਨਹੀਂ ਹੋਇਆ, ਲੇਕਿਨ ਮੈਨੂੰ ਪਤਾ ਲੱਗਿਆ ਕਿ ਇਸ ਦਿਸ਼ਾ ਵੱਲ ਕੰਮ ਹੁਣ ਵਧ ਰਿਹਾ ਹੈਗਾ। ਕਿਉਂਕਿ ਬਹਿਬਲ ਕਲਾਂ 'ਚ ਲੱਗਿਆ ਮੋਰਚਾ ਤਾਂ ਸਰਕਾਰ ਦੇ ਪਿਛਲੀ ਜਿਹੜੀ ਕੋਟਕਪੂਰੇ ਵਾਲੀ ਚਾਰਜ ਸ਼ੀਟ ਤੋਂ ਬਾਅਦ ਉਹਨਾਂ ਨੇ ਐਲਾਨ ਕਰਤਾ ਸੀ ਕਿ ਅਸੀਂ 6 ਨੂੰ ਸਮਾਪਤੀ ਕਰ ਦਿਆਂਗੇ। ਸਰਕਾਰ ਦੇ ਸਾਹਮਣੇ ਹੁਣ ਇਹ ਸੰਕਟ ਸੀਗਾ ਕਿ ਕੌਮੀ ਇਨਸਾਫ ਮੋਰਚਾ ਜਿਹੜਾ ਮੁਹਾਲੀ 'ਚ ਲੱਗਿਆ ਇਹਨੂੰ ਉਠਾਇਆ ਜਾਵੇ। ਤੇ ਮੈਨੂੰ ਲੱਗਦਾ ਕਿ ਬਹਿਬਲ ਕਲਾਂ ਸੰਬੰਧੀ ਚਾਰਜ ਸ਼ੀਟ ਦੀ ਗੱਲ ਸਰਕਾਰ ਨੇ ਇਸੇ ਹੀ ਨੁਕਤਾ ਨਜ਼ਰ ਤੋਂ ਕੀਤੀ ਆ ਕਿ ਇੱਕ ਇੱਕ ਕਰਕੇ ਮਾਮਲੇ ਐਡਰੈਸ ਹੋ ਜਾਣ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੁਰਦਾਸਪੁਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲਾਂ ਰੋਕੀਆਂ ਸੀ, ਉਹ ਵੀ ਉਹਨਾਂ 'ਚ ਕਾਲੀਆਂ। ਤਾਂ ਮੈਨੂੰ ਲੱਗਦਾ ਹੁਣ ਉਹਨਾਂ ਦਾ ਧਿਆਨ ਇਸ ਗੱਲ ਤੇ ਹੈ ਕਿ ਅੱਗੇ ਜ਼ਿਮਨੀ ਚੋਣ ਆਉਣ ਵਾਲੀ ਆ ਤੇ ਜਿਹੜਾ ਸੈਸ਼ਨ ਵੀ ਸ਼ੁਰੂ ਹੋ ਜਾਣਾ ਕੱਲ ਤੋਂ, ਵਿਰੋਧੀਆਂ ਦਾ ਵਿਰੋਧ ਵੀ ਬਹੁਤ ਰਹੂਗਾ ਤੇ ਆਪਾਂ ਇਹਨੂੰ ਨਜਿੱਠ ਲਈਏ। ਤੇ ਉਸੇ ਅੰਤਰਗਤ ਪਰ ਇਹ ਚਾਰਜ ਸ਼ੀਟ ਦੇ ਵਿੱਚ ਹੁਣ ਹੋਊਗਾ ਕੀ, ਇਹ ਲੋਕਾਂ ਦੀ ਨਜ਼ਰ ਲੱਗੀ ਹੋਈ ਆ। ਕੋਟਕਪੂਰਾ ਵਾਲੀ ਚਾਰਜ ਸ਼ੀਟ ਦੇ ਵਿੱਚ ਜਿਸ ਤਰੀਕੇ ਦੇ ਨਾਂ ਵੱਡੇ ਵੱਡੇ ਆਏ, ਇੱਥੇ ਤਾਂ ਵਿਅਕਤੀਆਂ ਦੇ ਕਤਲ ਹੋਣ ਦੀ ਗੱਲ ਹੈ, ਤੇ ਇਹਨੂੰ ਕਿਵੇਂ ਅੱਗੇ ਵਧਾਇਆ ਜਾਂਦਾ, ਕਿਤੇ ਕੀ ਚਾਰजेस ਆਉਣਗੇ, ਲੋਕਾਂ ਦੀ ਨਜ਼ਰ ਬਣੀ ਰਹੇਗੀ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ? ਭਾਸਕਰ ਸਾਹਿਬ, ਰੈਵਨਿਊ ਅਫੀਸਰਸ ਟੇਢੇ ਹੋ ਗਏ, ਫਿਰ ਉਹ ਵੀ ਨਾਲ ਲੈ ਲਿਓ। ਬਿਲਕੁਲ, ਜਿਸ ਤਰੀਕੇ ਨਾਲ ਕੱਲ ਬਹਿਬਲ ਕਲਾਂ ਦੇ ਮੁੱਦੇ ਦੇ ਉੱਤੇ ਇੱਕ ਮੀਟਿੰਗ ਦੇ ਵਿੱਚ ਸਰਕਾਰ ਨੇ ਕਿਹਾ ਕਿ ਬੜੀ ਜਲਦੀ ਆਪਾਂ ਚਾਰਜ ਸ਼ੀਟ ਉਸ ਬਹਿਬਲ ਕਲਾਂ ਗੋਲੀकांड ਦੀ ਵੀ ਆਪਾਂ ਦੇ ਰਹੇ ਹਾਂ, ਪਰ ਕੱਲ ਇੱਕ ਹੋਰ ਡਿਵੈਲਪਮੈਂਟ ਹੋਈ। 5 ਕੁ ਫਾਰਮਰ ਕਾਂਗਰਸੀ, ਔਰ ਜਿੱਦਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਕੱਲ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵੀ ਬਹਿਬਲ ਕਲਾਂ ਮੋਰਚੇ ਦੇ ਉੱਤੇ ਐਂਟਰੀ ਹੋ ਗਈ, ਜਦ ਨਾਜਰ ਸਿੰਘ ਮਨਸ਼ਈਆ, ਜਗਦੇਵ ਸਿੰਘ, ਇਹ ਪੁਰਾਣੇ MLA ਹੈਗੇ ਕਾਂਗਰਸੀ, ਸੁਰਜੀਤ ਸਿੰਘ ਧੀਮਾਨ, ਹਰਵਿੰਦਰ ਸਿੰਘ ਲਾਡੀ
ਆ ਸਾਰੇ ਮਿਲ ਕੇ ਕਹਿੰਦੇ ਨੇ ਵੀ ਸਾਡੀ ਮੁਲਾਕਾਤ ਜੇਲ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਹੋਈ ਹੈ ਤੇ ਸਿੱਧੂ ਸਾਹਿਬ ਨੇ ਇੱਕ ਮੈਸੇਜ ਭੇਜਿਆ ਹੈ ਕਿ ਵੀ ਇਹ ਬਹੁਤ ਵਧੀਆ ਹੋਇਆ। ਭਗਵੰਤ ਮਾਨ ਉਹਨਾਂ ਨੇ ਥੈਂਕਸ ਵੀ ਕੀਤਾ ਕਿ ਆ ਜਿਹੜੀ ਚਲਾਨ ਪੇਸ਼ ਕੀਤਾ ਜਿਹਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਨਾਂ ਹੈਗਾ, ਇੱਕ ਬੜੀ ਵਧੀਆ ਡਿਵੈਲਪਮੈਂਟ ਹੈਗੀ ਹੈ। ਤੇ ਅੱਗੇ ਚੱਲ ਕੇ ਇਸ ਮੁੱਦੇ ਦੇ ਉੱਤੇ ਜੇਲ੍ਹ ਤੋਂ ਬਾਹਰ ਆਣ ਕੇ ਨਵਜੋਤ ਸਿੰਘ ਸਿੱਧੂ ਉਹਨਾਂ ਵੀ ਇਨਸਾਫ ਮੋਰਚੇ ਦੇ ਨਾਲ ਖੜੇ ਹੋਏ ਪਾਣਗੇ। ਹੁਣ ਐਂਟਰੀ ਤੇ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਦੀ, ਔਰ ਬਹਿਬਲ ਕਲਾ ਦੇ ਵਿੱਚ ਦੂਜੀ ਜਿਹੜੀ ਚਲਾਨ ਹੈਗਾ ਜਿਹੜਾ ਨੋਨੀਹਾਲ ਸਿੰਘ ਹੈ ਉਹ 6 ਤਰੀਕ ਤੋਂ ਪਹਿਲੇ ਆਂਦਾ ਹੈ ਜਾਂ 6 ਤਰੀਕ ਤੋਂ ਬਾਅਦ ਆਂਦਾ ਹੈ। 6 ਤਰੀਕ ਨੂੰ ਫਰੀਦਕੋਟ ਕੋਰਟ ਦੇ ਵਿੱਚ ਉਸ LK ਯਾਦਵ ਉਹਨਾਂ ਦੀ SIT ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਹੈ ਉਹਦੀ ਹੀਅਰਿੰਗ ਹੈਗੀ ਹੈ। ਉਸ ਹੀਅਰਿੰਗ ਤੋਂ ਪਹਿਲੇ ਅਗਰ ਇਹ ਰਿਪੋਰਟ ਆ ਜਾਂਦੀ ਹੈ ਦੂਜੀ ਵਾਲੀ ਤਾਂ ਉਹ ਇੱਕ ਮਾਇਨੇ ਰੱਖਦੀ ਹੈ, ਕਿਉਂਕਿ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਉਹ ਬਹਿਬਲ ਕਲਾ ਫਾਇਰਿੰਗ ਦੇ ਵਿੱਚ 2 ਲੋਕਾਂ ਦਾ ਮਾਰਿਆ ਜਾਣਾ ਤੇ ਉਹਦੇ ਵਿੱਚ ਧਾਰਾ 307 ਲਾਣਾ ਜਾਂ ਨਾ ਲਾਣਾ, ਇਹ ਵੀ ਗੱਲਾਂ ਹੁਣ ਅੱਗੇ ਚੱਲ ਕੇ ਇਨਵੈਸਟੀਗੇਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਅੱਗੇ ਉੱਭਰ ਕੇ ਆਉਂਦੀ ਹੈ। ਇਹ ਇੱਕ ਨੈਰੇਟਿਵ ਸੈੱਟ ਕਰੇਗੀ, ਖਾਸ ਕਰਕੇ ਉਹ 2 ਫਾਇਰਿੰਗ ਇਨਸੀਡੈਂਟ ਦਾ ਜਿਨ੍ਹਾਂ ਮੁੱਦਿਆਂ ਦੇ ਉੱਤੇ ਕਈ ਸਾਲਾਂ ਤੋਂ ਰਾਜਨੀਤੀ ਹੋ ਰਹੀ ਹੈ। ਇਹ ਭਾਸਕਰ ਸਾਹਿਬ ਕਾਫੀ ਛੇਤਰੀ ਕਾਇਮ ਰਹਿਣ ਵਾਲੀ ਹੈ, ਕਿਉਂਕਿ ਜਦੋਂ ਚਾਰਜ ਸ਼ੀਟ ਦਾਇਰ ਹੋ ਜਾਂਦੀ ਉਸ ਤੋਂ ਬਾਅਦ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੁੰਦਾ ਉਹ ਅਮੂਮਨ ਸੱਦੇ ਗਏ ਹੁੰਦੇ ਆ ਅਗਲੀ ਹੀਅਰਿੰਗ ਤੇ, ਉਹਨਾਂ ਨੇ ਉੱਥੇ ਹਾਜ਼ਰ ਹੋਣਾ ਹੁੰਦਾ। ਉਹਦੇ 'ਚ ਜ਼ਮਾਨਤਾਂ ਤੱਕ ਦੀ ਵੀ ਇੱਕ ਪ੍ਰਕਿਰਿਆ ਹੁੰਦੀ ਆ। ਇਹ ਕਾਨੂੰਨ ਨਾਲ ਸੰਬੰਧ ਰੱਖਣ ਵਾਲੇ ਲੋਕ ਦੱਸਦੇ ਰਹਿੰਦੇ ਆ ਕਿ ਕੁਝ ਚੀਜ਼ਾਂ ਵਾਪਰ ਸਕਦੀਆਂ ਨੇ। ਕਈ ਤਾਂ ਜਿਹੜੇ ਨਾਮਜ਼ਦ ਕੀਤੇ ਲੋਕ ਤਿਆਰੀ ਕਰਕੇ ਜਾਂਦੇ ਆ ਆਪਣੇ ਵਕੀਲ ਨਾਲ ਉਸ ਦਿਨ ਦੀ ਜ਼ਮਾਨਤ ਲੈਣ ਲਈ। ਇੰਦਰਪ੍ਰੀਤ ਜੀ, ਤੁਹਾਡੇ ਕੋਲ ਜਿਹੜਾ SSP ਸ਼ਿਫਟ ਕਰਨ ਦਾ, ਤੇਜ਼ੀ ਨਾਲ ਪ੍ਰਸ਼ਾਸਨਿਕ ਅਧਿਕਾਰੀ ਬਦਲਣ ਦਾ ਇੱਕ ਮਾਮਲਾ ਵੀ ਅੱਜ ਕੱਲ੍ਹ ਚਰਚਾ 'ਚ ਉਹ ਲੈਣਾ, ਪਰ ਭਾਸਕਰ ਸਾਹਿਬ ਆ ਰੈਵਨਿਊ ਆਫੀਸਰਸ ਵਾਲੀ ਗੱਲ ਜ਼ਰੂਰ ਕਰ ਦਿਓ, ਇਹ ਸਾਂਝੇ ਤੌਰ ਤੇ ਕਰ ਲਓ ਜੀ। ਰੈਵਨਿਊ ਆਫੀਸਰ ਦੀ ਗੱਲ ਕਰੀਏ ਤੇ ਉਹਨਾਂ ਨੇ ਕੱਲ ਨਾ ਕਰਤੀ, ਨਾ ਵੀ ਕਿਸ ਗੱਲ ਤੋਂ ਕੀਤੀ, ਕਹਿੰਦੇ ਸਾਡੀ ਡਿਊਟੀ ਤੁਸੀਂ ਲਾ ਦਿੰਦੇ ਹੋ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ। ਹਾਲਾਂਕਿ ਆਫੀਸ਼ੀਅਲ ਤੌਰ ਤੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਨੌਕਰੀ ਯਾਨੀ ਉਹ ਡਿਊਟੀ ਕਰਨ ਵਾਸਤੇ ਉਹਨਾਂ ਨੇ ਨਾ ਇਸ ਕਰਕੇ ਕੀਤੀ ਹੈ ਕਿ ਜਦ ਅਸੀਂ ਫੀਲਡ ਵਿੱਚ ਜਾਂਦੇ ਹਾਂ, ਉਹਨਾਂ ਸਪੋਰਟਾਂ ਤੇ ਜਾਂਦੇ ਹਾਂ ਜਿਹਦੇ ਵਿੱਚ ਖਤਰਾ ਹੁੰਦਾ ਜਾਨ ਦਾ ਵੀ, ਤੇ ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ ਹੁੰਦੀ, ਨਾ ਕਿ ਸਰਕਾਰੀ ਗੱਡੀਆਂ ਵੀ ਨਹੀਂ ਹੁੰਦੀ। ਜਦ ਤੱਕ ਸਾਨੂੰ ਪ੍ਰੋਪਰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਜਾਂ ਫਿਰ ਗੱਡੀਆਂ ਨਹੀਂ ਦਿੱਤੀ ਜਾਂਦੀ ਤਦ ਤੱਕ ਅਸੀਂ ਇੱਦਾਂ ਦੀ ਡਿਊਟੀ ਕਰਨ ਤੋਂ ਨਾ ਕਰਦੇ ਹਾਂ। ਹਾਲਾਂਕਿ ਨਾ ਤੇ ਸਿਰਫ ਇਸ ਗੱਲ ਤੋਂ ਕੀਤਾ ਕਿ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਨੌਕਰੀਆਂ ਨਹੀਂ ਕਰਨਗੇ। ਜੇ ਗੱਲ ਰੈਵਨਿਊ ਆਫੀਸਰਸ ਦੀ ਹੁੰਦੀ ਹੈ ਤੇ ਸਰਕਾਰਾਂ ਕਈ ਬਦਲ ਗਈ, ਇਹਨਾਂ ਤਹਿਸੀਲਦਾਰਾਂ ਦੀ ਕੁਝ ਇੱਦਾਂ ਦੀ ਵੀ ਡਿਊਟੀਆਂ ਲੱਗਦੀ ਹੈ ਵੀ ਰੋਟੀ ਪਾਣੀ ਦਾ ਬੰਦੋਬਸਤ ਤੁਸੀਂ ਕਰਨਾ ਹੈ, CM ਸਾਹਿਬ ਦੇ ਗਨਮੈਨ ਦਾ ਬੰਦੋਬਸਤ ਤੁਸੀਂ ਕਰਨਾ ਹੈ, ਇਹ ਹਾਰ ਤੁਸੀਂ ਲੈ ਕੇ ਆਣੇ, ਕੁਰਸੀਆਂ ਦਾ ਦਰੀਆਂ ਦਾ ਬੰਦੋਬਸਤ ਵੀ ਤੁਸੀਂ ਕਰਨਾ ਹੈ। ਇਹ ਡਿਊਟੀਆਂ ਤਹਿਸੀਲਦਾਰਾਂ ਦੀ ਅਕਸਰ ਲੱਗਦੀਆਂ। ਹੋ ਸਕਦਾ ਹੈ ਕਿ ਵੀ ਉੱਤੋਂ ਨਾ ਤੇ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਨੌਕਰੀ ਨਾ ਕਰਨ ਦੀ ਹੈ, ਦੂਜੇ ਪਾਸੇ ਜਿਹੜੀ ਉਹ ਡਿਊਟੀਆਂ ਲਾਈ ਜਾਂਦੀ ਹੈ। ਇਹ ਬਾਦਲ ਸਾਹਿਬ ਜਦ ਮੁੱਖ ਮੰਤਰੀ ਦੂਜੀ ਵਾਰ ਬਣੇ ਸੀ ਕਿ ਲਾਸਟ 2007 'ਚ ਬਣੇ ਸੀ ਜਾਂ 12 'ਚ ਬਣੇ ਸੀ, ਉਹਨਾਂ ਨੇ 2007 ਦੇ ਵਿੱਚ ਇਹ ਗੱਲ ਕਹੀ ਸੀ ਕਿ ਹੁਣ ਅੱਜ ਤੋਂ ਬਾਅਦ ਤਹਿਸੀਲਦਾਰਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਵੰਗਾਰ ਨਹੀਂ ਪਾਈ ਜਾਏਗੀ। ਪਰ ਇਹ ਭਾਵੇਂ ਕੱਟੜ ਇਮਾਨਦਾਰ ਸਰਕਾਰ ਆ ਗਈ ਹੈ, ਇੱਦਾਂ ਦੀ ਗੱਲਾਂ ਹਜੇ ਵੀ ਸਾਹਮਣੇ ਆ ਰਹੀ ਹੈ ਕਿ ਤਹਿਸੀਲਦਾਰਾਂ ਦੀ ਉਹ ਡਿਊਟੀਆਂ ਜਿਨ੍ਹਾਂ ਡਿਊਟੀਆਂ ਵਾਸਤੇ ਜਿਹਨੂੰ ਆਪਾਂ ਵੰਗਾਰ ਕਹਿ ਦਿੰਦੇ ਹਾਂ, ਰੋਟੀ ਪਾਣੀ ਦਾ ਬੰਦੋਬਸਤ ਕਹਿ ਦਿੰਦੇ ਹਾਂ। ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਉਹਨਾਂ ਜਲੰਧਰ ਆਏ ਸੀ ਤੇ ਉਹਨਾਂ ਦੇ ਗਨਮੈਨ ਜਾਂ ਹੋਰ ਲੋਕਾਂ ਦਾ ਇੰਤਜ਼ਾਮ ਤਹਿਸੀਲਦਾਰ ਉਹਨਾਂ ਨੂੰ ਕਰਦੇ ਹੋਏ ਦੇਖਿਆ ਗਿਆ ਸੀ। ਮੀਨਸ ਉਹ ਟ੍ਰੈਂਡ ਹਜੇ ਵੀ ਚੱਲ ਰਿਹਾ ਹੈ। ਜੇ ਟ੍ਰੈਂਡ ਚੱਲ ਰਿਹਾ ਹੈ ਤੇ ਉਸ ਟ੍ਰੈਂਡ ਤੋਂ ਇਹ ਨਾ ਹੋਈ ਹੈ, ਭਾਵੇਂ ਨਾ ਐਗਜ਼ੀਕਿਊਟਿਵ ਮੈਜਿਸਟ੍ਰੇਟ ਦਾ ਲਿੱਤਾ ਜਾ ਰਿਹਾ। ਤੁਸੀਂ ਨਾ ਇੱਕ ਸ਼ਬਦ ਵਰਤ ਰਹੇ ਹੋ ਵੰਗਾਰ। ਵੰਗਾਰ ਹੁੰਦਾ ਪੱਟ ਤੇ ਥਾਪੀ ਮਾਰ ਕੇ ਕਹਿਣਾ ਆ ਜਾ, ਲੇਕਿਨ ਇਹ ਹੁੰਦਾ ਵਗਾਰ। ਵਗਾਰ ਤੇ ਵਗਾਰ ਤਾਂ ਪੈਂਦੀ ਰਹਿੰਦੀ ਹੈ ਜੀ। ਏਡੇ ਏਡੇ ਧਾਮ-ਚਾਮ, ਏਡੇ ਅਹੁਦੇ, ਏਡੇ ਹਾਂਜੀ ਰਿਸ਼ਤੇਦਾਰੀਆਂ, ਸੱਜਣਾ ਮਿੱਤਰਾਂ 'ਚ ਤਹਿਸੀਲਦਾਰ ਸਾਹਿਬ ਹੁੰਦੀ ਆ, ਤੇ ਫਿਰ ਮਾੜਾ ਮੋਟਾ ਤੇ ਕੋਈ ਭਾਰ ਝੱਲਣਾ ਹੀ ਚਾਹੀਦਾ ਨਾ। ਵੈਸੇ ਹਾਸਾ ਠੱਠਾ ਕਰਦੇ ਆ, ਇੱਥੋਂ ਤਾਂ ਕਰਪਸ਼ਨ ਜਨਮਦੀ ਹੈ ਤੇ ਕਰਪਸ਼ਨ ਮਰਦੀ ਵੀ ਕਦੇ ਨਹੀਂ, ਸਿਸਟਮ ਦਾ ਹਿੱਸਾ ਹੁੰਦੀ ਹੈ। ਜਿਹੜਾ ਮਰਜ਼ੀ ਜ਼ੋਰ ਲਾ ਲੇ, ਉਹ ਕਹਿੰਦੀ ਨਾ ਜਦੋਂ ਮੇਰੇ ਤੇ ਬੋਝ ਪਾਓਗੇ ਮੈਂ ਵੱਡੀ ਹੋ ਜਾਊਂਗੀ। ਆਮ ਹੀ ਇਹਨਾਂ ਦਿਨਾਂ 'ਚ ਲੋਕ ਕਹਿੰਦੇ ਨਾ ਬੋਲਿਆ ਕਰੋ ਯਾਰ, ਘੱਟ ਬੋਲਿਆ ਕਰੋ। ਮੈਂ ਕਿਹਾ ਕਿਉਂ? ਉਹ ਕਹਿੰਦੇ ਅੱਗੇ ਜਿਹੜਾ ਕੰਮ 4000 'ਚ ਹੁੰਦਾ ਸੀ, ਹੁਣ ਅਗਲਾ ਸਿੱਧਾ ਕਹਿ ਦਿੰਦਾ ਖਤਰਾ ਬੜਾ, 8000 ਜਾਂ 10 ਲੱਗੂ, ਮਤਲਬ ਡਬਲ ਹੋ ਗਿਆ ਰੇਟ, ਮਤਲਬ ਔਖੇ ਹੋ ਕੇ। ਸਿਸਟਮ ਦਾ ਹਿੱਸਾ। ਵੈਸੇ ਤੁਸੀਂ ਇੱਥੇ ਕੋਈ ਗੱਲ ਕਰਨ ਲੱਗੇ ਸੀ ਇੰਦਰਪ੍ਰੀਤ ਜੀ, ਤੇ ਨਾਲ ਅਗਲਾ ਮਾਮਲਾ ਜਿਹੜੇ ਤਬਾਦਲਿਆਂ ਨੂੰ ਲੈ ਕੇ ਉੱਥੇ ਉੱਤੇ ਸੱਤਾ ਦੇ ਗਲਿਆਰਿਆਂ 'ਚ ਕਾਫੀ ਚਰਚਾ ਹੁੰਦੀ ਰਹਿੰਦੀ। ਤੇਰੀ ਵਾਰੀ ਆਈ ਕਿ ਨਹੀਂ? ਕਹਿੰਦਾ ਨਹੀਂ ਮੇਰੀ ਨਹੀਂ ਆਈ, ਮੈਂ ਤੇ ਮੰਗ ਕੇ ਲਈ ਜੀ। ਹਾਂਜੀ, ਮੈਂ ਜਿਹੜੀ ਗੱਲ ਭਾਸਕਰ ਸਾਹਿਬ ਨੇ ਕਰਤੀ ਉਹਦੇ ਵਿੱਚ ਜ਼ਿਆਦਾ ਕੁਝ ਹੋਰ ਹੈ ਨਹੀਂ ਬੋਲਣ ਲਈ। ਠੀਕ ਹੈ, ਉਹਨਾਂ ਨੇ ਜ਼ਿਆਦਾ ਤਾਂ ਇਹੀ ਕਿਹਾ ਕਿ ਸਾਨੂੰ ਸਿਕਿਉਰਿਟੀ ਨਹੀਂ ਮਿਲ ਰਹੀ। ਮਤਲਬ ਜਦੋਂ ਅਸੀਂ, ਕਿਉਂਕਿ ਉਹਨਾਂ ਨੂੰ ਜਾਣਾ ਉੱਥੇ ਹੀ ਪੈਂਦਾ ਜਿੱਥੇ ਕਲੈਸ਼ ਹੁੰਦਾ ਹੈ।
ਤੇ ਔਰ ਉਹਨਾਂ ਕੋਲੇ ਕੋਈ ਵੀ ਸਿਕਿਉਰਿਟੀ ਨਹੀਂ ਹੁੰਦੀ ਉਸ ਟਾਈਮ ਤੇ। ਉਹਨਾਂ ਦੀ ਇਹ ਡਿਮਾਂਡ ਤਾਂ ਦੇਖੋ ਜੈਨੂਅਨ ਹੈ ਕਿ ਚਲੋ 2-4 ਗਨਮੈਨ ਉਹਨਾਂ ਨੂੰ ਵੀ ਦੇ ਦਿਓ ਉਸ ਟਾਈਮ ਜਦੋਂ ਉਹਨਾਂ ਨੇ ਐਜ਼ ਐਗਜ਼ੈਕਟਿਵ ਮੈਜਿਸਟ੍ਰੇਟ ਜਾਣਾ ਹੈ। ਦੂਸਰਾ ਜਿਹੜਾ ਤੁਸੀਂ ਗੱਲ ਕੀਤੀ ਹੈਗੀ ਹੈ ਐਸਐਸਪੀ ਦੇ ਤੇ ਤਬਾਦਲੇ ਦੀ, ਦੇਖੋ ਤਬਾਦਲੇ ਮੈਂ ਇਸ ਤੋਂ ਪਿੱਛੇ ਜਾਣਾ ਚਾਹੁੰਦਾ ਥੋੜਾ ਜਿਹਾ, 1-2 ਮਿੰਟ ਜ਼ਿਆਦਾ ਲੱਗ ਜਾਣਗੇ ਇਸ 'ਚ। 2007 ਦੇ ਵਿੱਚ ਪੰਜਾਬ ਪੁਲਿਸ ਐਕਟ ਦੇ ਵਿੱਚ ਤਰਮੀਮ ਕੀਤੀ ਗਈ ਤੇ ਨਵਾਂ ਪੁਲਿਸ ਐਕਟ ਬਣਾਇਆ ਗਿਆ। ਉਦੋਂ ਮੈਨੂੰ ਯਾਦ ਹੈ ਸ਼ਾਮੀ 4 ਵਜੇ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਆਇਆ ਤੇ ਰਾਤੀ 8 ਵਜੇ ਤੱਕ ਸਿਰਫ ਇਸੇ ਬਿੱਲ ਦੇ ਉੱਤੇ ਹੀ ਬਹਿਸ ਹੋਈ। ਸਾਰੇ ਜਿੰਨੀਆਂ ਧਿਰਾਂ ਸੀਗੀਆਂ ਉਹਨਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਜੰਮ ਕੇ। ਅਕਾਲੀ ਭਾਜਪਾ ਸਰਕਾਰ ਸੀ, ਜਗਦੀਸ਼ ਸਾਨੀ ਹੋਰਾਂ ਨੇ, ਹੋਰ ਜਿੰਨੇ ਵੀ ਕੈਪਟਨ ਬਾਠ ਹੋਰਾਂ ਨੇ, ਸਭ ਨੇ ਇਹਦਾ ਵਿਰੋਧ ਕੀਤਾ। ਤੇ ਉਹਦੇ 'ਚ ਸਭ ਤੋਂ ਵੱਡੀਆਂ ਗੱਲਾਂ ਇਹੀ ਸੀ ਕਿ ਜਿਹੜੀਆਂ ਤੁਸੀਂ ਇਹਨਾਂ ਨੂੰ ਟੈਨਿਓਰ ਦੇਤੀ ਹੈ ਉਹ ਤਾਂ ਚਲੋ ਠੀਕ ਹੈ, ਇਹ ਅੱਛੀ ਗੱਲ ਹੈ, ਇਹ ਖੁੱਲ ਕੇ ਕੰਮ ਕਰ ਸਕਣਗੇ। ਪਰ ਸਾਰਿਆਂ ਨੇ ਹੀ ਲਗਭਗ ਇਹ ਕਿਹਾ ਵੀ ਇਹ ਸਰਕਾਰ ਜਿਹੜਾ ਕਰ ਰਹੀ ਹੈ ਕੰਮ ਇਹ ਕਰ ਨਹੀਂ ਪਾਊਗੀ, ਇਹ ਚੱਲਣਾ ਨਹੀਂ, ਤਾਂ ਕੋਈ ਰਾਈਡਰ ਰੱਖ ਲਓ ਇਹਦੇ ਵਿੱਚ। ਤਾਂ ਮੈਨੂੰ ਲੱਗਦਾ ਕਿ ਉਦੋਂ ਕੋਈ ਰਾਈਡਰ ਨਹੀਂ ਰੱਖਿਆ ਗਿਆ। ਤੇ ਹੁਣ ਤੁਸੀਂ ਦੇਖ ਲਓ ਅਸੀਂ ਉਸੇ ਬਿੱਲ ਨੂੰ ਅੱਜ 16 ਸਾਲ ਹੋ ਗਏ ਆ, 23 ਚੱਲ ਰਿਹਾ, 16 ਸਾਲ ਹੋ ਗਏ ਹੈ, ਪਰ 16 ਸਾਲ ਦੇ ਵਿੱਚ ਵੀ ਅਸੀਂ ਉਸ ਪੁਲਿਸ ਐਕਟ ਦੀ ਇਸ ਮਦ ਨੂੰ ਕਿ 1 ਸਾਲ ਘੱਟੋ ਘੱਟ ਐਸਐਸਪੀ ਨੂੰ ਪੂਰਾ ਮਿਲੇਗਾ ਤੇ ਡੀਜੀਪੀ ਦੀ ਟੈਨਿਓਰ ਜਿਹੜੀ ਹੈ ਉਹ 2 ਸਾਲ ਦੀ ਹੋਏਗੀ। ਤੁਸੀਂ ਦੇਖੋ ਡੀਜੀਪੀ ਸਾਡੇ ਕੋਲ ਕਾਰਜਕਾਰੀ ਚੱਲ ਰਿਹਾ ਪਿਛਲੇ 7 ਮਹੀਨਿਆਂ ਤੋਂ, ਅਸੀਂ ਉਸ ਤੇ ਕੋਈ ਕੰਮ ਨਹੀਂ ਕਰ ਪਾ ਰਹੇ ਕਿਉਂਕਿ ਸਾਨੂੰ ਪਤਾ ਹੈ ਵੀ ਜੇ ਪੈਨਲ ਭੇਜਿਆ ਯੂਪੀਐਸਸੀ ਨੂੰ ਤਾਂ ਸਾਡੇ ਮਨਪਸੰਦ ਦਾ ਡੀਜੀਪੀ ਨਹੀਂ ਆ ਪਾਏਗਾ। ਇਸ ਕਰਕੇ ਵੇਟ ਕਰ ਰਿਹਾ ਵੀ ਉੱਪਰਲੇ ਥੋੜਾ ਰਿਟਾਇਰ ਹੋ ਜਾਣ ਫਿਰ ਆਪਾਂ ਪੈਨਲ ਭੇਜੀਏ। ਦੂਸਰੀ ਗੱਲ ਐਸਐਸਪੀਆਂ ਦੀ, ਦੇਖੋ ਇਹ ਦੋਨੋਂ ਹੀ ਜਿਹੜੇ ਪੋਸਟਾਂ ਨੇ ਇਹ ਬਹੁਤ ਅਹਿਮ ਪੋਸਟਾਂ ਨੇ ਤੇ ਇੱਥੇ ਹੀ ਪੋਲੀਟੀਕਲ ਪ੍ਰੈਸ਼ਰ ਸਭ ਤੋਂ ਜ਼ਿਆਦਾ ਹੁੰਦਾ ਡੀਜੀਪੀ ਤੇ ਵੀ ਔਰ ਐਸਐਸਪੀਆਂ ਤੇ ਵੀ। ਤਾਂ ਮੈਨੂੰ ਲੱਗਦਾ ਕਿ ਇੱਥੇ ਜੇ ਸਰਕਾਰਾਂ ਉਹਨੂੰ ਕਰ ਦਿੰਦੀਆਂ ਨੇ ਕਿ ਹਾਂ ਬਈ 1 ਸਾਲ ਤੋਂ ਪਹਿਲਾਂ ਤਾਂ ਤੁਹਾਨੂੰ ਨਹੀਂ ਹਟਾਇਆ ਜਾ ਸਕਦਾ, ਫਿਰ ਐਸਐਸਪੀ ਆਪਣੇ ਅਨੁਸਾਰ ਕੰਮ ਕਰ ਸਕਦੇ ਆ। ਜਿਹੜਾ ਤਾਂ ਚੰਗਾ ਹੋਏਗਾ ਉਹ ਇੱਕ ਅੱਛੇ ਸਿਸਟਮ ਵੀ ਡਿਵੈਲਪ ਕਰ ਦੇਗਾ, ਜਿਹੜਾ ਮਾੜਾ ਹੋਏਗਾ ਫਿਰ ਉਹ ਆਪਣੇ ਹਿਸਾਬ ਨਾਲ ਤਾਂ ਕਰਦਾ ਹੀ ਹੈ। ਸੋ ਮੈਨੂੰ ਇਹ ਲੱਗਦਾ ਕਿ ਇੱਥੇ ਬਹੁਤ ਵੱਡੀ ਇੱਕ ਕਮੀ ਹੈ, ਅਸੀਂ ਆਪਣੇ ਹੀ ਬਣਾਏ ਹੋਏ ਐਕਟ ਨੂੰ ਲਾਗੂ ਨਹੀਂ ਕਰ ਪਾ ਰਹੇ। ਹਾਂ ਭਾਸਕਰ ਸਾਹਿਬ। ਹਾਂਜੀ, ਇੱਕ ਚੀਜ਼ ਹੈਗੀ ਹੈ, ਇਹ ਜਿਹੜਾ ਐਕਟ ਹੈਗਾ ਪੰਜਾਬ ਪੁਲਿਸ ਐਕਟ 2007, ਬਿਲਕੁਲ ਠੀਕ ਕਹਿ ਰਹੇ ਆ ਇੰਦਰਪ੍ਰੀਤ ਜੀ, ਇਹਨੂੰ ਪਾਸ ਕਰ ਦਿੱਤਾ ਗਿਆ ਸੀ, ਬਹਿਸ ਬੜੀ ਹੋਈ ਸੀ, ਇਹ ਚੱਲ ਨਹੀਂ ਪਾਊਗਾ। ਪਰ 2013 ਦੇ ਵਿੱਚ ਬਾਦਲ ਸਰਕਾਰ ਦੇ ਵਿੱਚ ਹੀ ਇਹਦੇ ਵਿੱਚ ਇੱਕ ਅਮੈਂਡਮੈਂਟ ਲੈ ਕੇ ਆਏ ਸੀ। ਉਸ ਅਮੈਂਡਮੈਂਟ ਦੇ ਵਿੱਚ ਇਹ ਗੱਲ ਕਹੀ ਸੀ ਵੀ ਨਹੀਂ, ਇਹਨਾਂ ਦੀ ਟਰਾਂਸਫਰ ਕਰ ਦਿੱਤੀ ਜਾਂਦੀ ਹੈ, ਕੁਝ ਸ਼ਰਤਾਂ ਰੱਖੀ ਸੀਗੀ। ਯਾਨੀ ਅਗਰ ਕਿਸੇ ਅਫਸਰ ਦੀ ਇਸ ਦੌਰਾਨ ਪ੍ਰਮੋਸ਼ਨ ਹੋ ਜਾਂਦੀ ਹੈ ਤੇ ਉਹਨੂੰ ਟਰਾਂਸਫਰ ਕੀਤਾ ਜਾ ਸਕਦਾ ਹੈ। ਜੇ ਕੋਈ ਕਨਵਿਕਟ ਹੋ ਜਾਂਦਾ, ਯਾਨੀ ਕੋਈ ਕੇਸ ਕਈ ਵਾਰ ਪੁਲਿਸ ਵਾਲਿਆਂ ਦੇ ਖਿਲਾਫ ਹੋ ਜਾਂਦੇ ਆ, ਉਹਨੂੰ ਵੀ ਚੇਂਜ ਕੀਤਾ ਜਾ ਸਕਦਾ ਹੈ। ਜਾਂ ਫਿਰ ਕਿਸੇ ਦੇ ਖਿਲਾਫ ਚਾਰजेस ਫਰੇਮ ਹੋ ਜਾਂਦੇ ਨੇ ਕਰਪਸ਼ਨ ਦੇ ਜਾਂ ਹੋਰ ਕੋਈ, ਉਹਨੂੰ ਵੀ ਚੇਂਜ ਕੀਤਾ ਜਾ ਸਕਦਾ ਹੈ। ਸਸਪੈਂਡ ਹੋ ਜਾਏ ਕੋਈ ਅਫਸਰ, ਉਹਨੂੰ ਵੀ ਟਰਾਂਸਫਰ ਕੀਤਾ ਜਾ ਸਕਦਾ ਹੈ। ਫਿਜ਼ੀਕਲ ਫਿਟਨੈਸ, ਕੋਈ ਮੋਟਾ ਪਤਲਾ ਹੋ ਗਿਆ, ਉਹਨੂੰ ਵੀ ਟਰਾਂਸਫਰ ਕਰ ਦਿੱਤਾ ਜਾਂਦਾ ਹੈ। ਤੇ ਫਿਰ ਨੌਨ ਪਰਫਾਰਮੈਂਸ ਕਿਸੇ ਅਫਸਰ ਦੀ ਹੋਏ ਤੇ ਉਹਨੂੰ ਵੀ 1 ਸਾਲ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ। ਪਰ ਇਸ ਸਰਕਾਰ ਦੇ ਵਿੱਚ 11 ਡਿਸਟ੍ਰਿਕਟ ਐਦਾਂ ਦੇ ਹੈਗੇ ਨੇ ਜਿਹਦੇ ਵਿੱਚ 1 ਸਾਲ ਦੇ ਅੰਦਰ ਅੰਦਰ ਬੰਦੇ ਟਰਾਂਸਫਰ ਕਰ ਦਿੱਤੇ ਗਏ। ਔਰ ਆ ਜਿਹੜੀ 2013 ਦੀ ਅਮੈਂਡਮੈਂਟ ਹੈ ਨਾ, ਇਹ ਇੱਕ ਵੀ ਫਿੱਟ ਨਹੀਂ ਹੁੰਦੀ ਉਹਦੇ ਵਿੱਚ। ਯਾਨੀ ਕੋਈ ਨੌਨ ਪਰਫਾਰਮੈਂਸ ਨਹੀਂ, ਕੋਈ ਮੋਟਾ ਪਤਲਾ ਨਹੀਂ ਹੋਇਆ, ਕੋਈ ਵੀ ਕਿਸੇ ਤਰੀਕੇ ਦੀ ਗਲਤ ਗੱਲ ਨਹੀਂ ਹੋਈ, ਪਰ ਉਸ ਤੋਂ ਬਾਵਜੂਦ ਵੀ ਇਹਦਾ ਉਲੰਘਣ ਕੀਤਾ ਗਿਆ। ਔਰ 3 ਐਸਐਸਪੀ ਤੇ ਐਦਾਂ ਦੇ ਹੈਗੇ ਨੇ ਜਿਹੜੇ ਕਈ ਜ਼ਿਲ੍ਹਿਆਂ ਦੇ ਵਿੱਚ ਸਾਲ ਦੇ ਵਿੱਚ 11 ਮਹੀਨੇ ਦੇ ਵਿੱਚ 3 ਐਸਐਸਪੀ ਲਾਤੇ, ਔਰ ਕਈ ਹਜੇ ਸਮਾਨ ਵੀ ਨਹੀਂ ਖੋਲਿਆ ਸੀ ਐਸਐਸਪੀ ਨੇ, 2-4 ਮਹੀਨੇ ਵੀ ਨਹੀਂ ਹੋਏ ਸੀਗੇ ਤੇ ਉੱਥੋਂ ਫੇਰ ਟਰਾਂਸਫਰ ਕਰ ਦਿੱਤੀ ਗਈ। ਪਿੱਛੇ ਹੁਣੇ ਅੰਮ੍ਰਿਤਸਰ ਦੀ ਟਰਾਂਸਫਰ ਹੋਈ, ਤੁਹਾਨੂੰ ਪਤਾ ਹੋਏਗਾ ਕਿ ਜਸਕਰਨ ਜੀ ਆਈਜੀ ਇੰਟੈਲੀਜੈਂਸ ਹੁਣ ਲੱਗ ਗਏ ਨੇ, ਪਰ ਨੌਨਿਹਾਲ ਸਿੰਘ ਜੀ ਆਏ ਨੇ, ਉਹ ਏਡੀਜੀਪੀ ਰੈਂਕ ਦੇ ਨੇ। ਏਡੀਜੀਪੀ ਰੈਂਕ ਦੇ ਅਫਸਰ ਨੂੰ ਕਮਿਸ਼ਨਰ ਲਾਣਾ, ਇਹ ਵੀ ਪੰਜਾਬ ਪੁਲਿਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ। ਤੁਸੀਂ ਦੇਖੋ ਕਿ ਅੱਗੇ ਚੱਲ ਕੇ ਕਿਸ ਰੈਂਕ ਦਾ ਬੰਦਾ ਕਿੱਥੇ ਫਿੱਟ ਕਰਨਾ ਹੈ। ਇਹ ਜਾਂਚ, ਇਹ ਜਿਹੜੀ ਗੱਲਾਂ ਹੋ ਰਹੀਆਂ, ਇਹ ਪੰਜਾਬ ਦੇ ਵਿੱਚ ਕਦੀ ਵੀ ਨਹੀਂ ਹੋਈਆਂ। ਪਰ ਚਲੋ ਹੁਣ ਨਵੀਆਂ ਗੱਲਾਂ ਬਹੁਤ ਸਾਰੀ ਹੋ ਰਹੀਆਂ। ਗਵਰਨਰ ਸਾਹਿਬ ਦਾ ਤੇ ਮੁੱਖ ਮੰਤਰੀ ਦਾ ਐਦਾਂ ਦਾ ਟਕਰਾਵ ਵੀ ਨਹੀਂ ਦੇਖਿਆ ਸੀ, ਇਹ ਵੀ ਪਹਿਲੀ ਵਾਰ ਹੋਇਆ। ਹੋਰ ਵੀ ਕਈ ਐਦਾਂ ਦੀ ਪਹਿਲੀ ਵਾਰ ਹੋਣ ਵਾਲੀ ਗੱਲਾਂ 11 ਮਹੀਨਿਆਂ ਦੇ ਵਿੱਚ ਦੇਖੀਆਂ ਜ਼ਰੂਰ ਗਈਆਂ, ਪਰ ਅੱਗੇ ਕਿੰਨੀ ਕੁ ਦੇਖਣ ਨੂੰ ਮਿਲੇਗੀ ਇਹਦੇ ਉੱਤੇ ਵੀ ਸਾਡੀ ਨਜ਼ਰ ਰਹੇਗੀ। ਸਰਕਾਰ ਕੀ ਹੋਈ ਜਿਹਨੇ ਬਦਲੀਆਂ ਇਹਨਾਂ ਕੀਤੀਆਂ, ਤੇ ਦੂਜੇ ਬੰਨੇ ਉਹ ਐਕਟ ਆਪਣੇ ਹੀ ਬਣਾਏ ਨੇ, ਕਿਹੜੇ ਕਿਧਰੇ ਪੱਕੇ ਅਸਮਾਨ ਤੋਂ ਆਏ ਸੀ ਵੀ ਇਹ ਨਹੀਂ ਬਦਲਨੇ, ਆਪਾਂ ਤੋੜਾਂਗੇ। ਉਹ ਕਿਹੜਾ ਗਾਣਾ ਸੀਗਾ, ਧਰਤੀ ਫਿਲਮ ਦਾ ਸੀਗਾ,
ਵੀ ਸਾਡੇ ਆਪਣੇ ਰੂਲ, ਸਾਡੇ ਆਪਣੇ ਅਸੂਲ ਹੈ, ਗੱਡੀ ਮੋੜਾਂਗੇ ਤੇ ਆਪਾਂ ਜਿੱਥੇ ਜੀ ਕਰੂ ਤੋੜਾਂਗੇ ਨਿਯਮ। ਬਹੁਤ ਮਿਹਰਬਾਨੀ। ਧੰਨਵਾਦ ਜੀ। Thank you.